29 ਮਾਰਚ 2019 ਦਾ ਉਹ ਕਾਲਾ ਦਿਨ ਜਿਸ ਦਿਨ ਪੰਜਾਬ ਦੀ ਦਲੇਰ ਡਰੱਗ ਇੰਸਪੈਕਟਰ ਨੇਹਾ ਸ਼ੌਰੀ ਨੂੰ ਦਿਨ ਦਿਹਾੜੇ ਖਰੜ ਵਿਖੇ ਉਸਦੇ ਹੀ ਦਫ਼ਤਰ 'ਚ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਗਿਆ ਕਿਉਂਕਿ ਉਸਨੇ ਪੰਜਾਬ ਦੇ ਡਰੱਗ ਮਾਫੀਏ ਨੂੰ ਨੰਗਾ ਕੀਤਾ ਸੀ। ਉਸਨੇ 2018 'ਚ ਤਿਆਰ ਕੀਤੀ ਆਪਣੀ ਇੱਕ ਰਿਪੋਰਟ 'ਚ ਦੱਸਿਆ ਸੀ ਕਿ ਕਿਸ ਤਰ੍ਹਾਂ ਪੰਜਾਬ ਦੇ ਸਰਕਾਰੀ ਨਸ਼ਾ ਛਡਾਊ ਕੇਂਦਰਾਂ 'ਚ 5 ਰੁਪਏ ਨੂੰ ਵਿਕਦੀਆਂ ਮਿਊਪਰਨੋਰਫਿਨ ਦੀਆਂ ਗੋਲੀਆਂ ਗਾਇਬ ਕਰਕੇ 100 ਕਰੋੜ ਦਾ ਘਪਲਾ ਕੀਤਾ ਜਾ ਰਿਹਾ ਹੈ। ਉਹਨੇ ਜਦੋਂ ਇਹ ਪੁਆਇੰਟ ਆਊਟ ਕੀਤਾ ਕਿ 100 ਕਰੋੜ ਰੁਪਏ ਦੀਆਂ ਗੋਲੀਆਂ ਦਾ ਘਪਲਾ, ਉਹਨੇ ਇਹ ਰਿਪੋਰਟ ਲਿਖੀ ਇੱਕ ਸੈਂਟਰ ਤੋਂ ਨਹੀਂ, ਕਈ ਸੈਂਟਰਾਂ ਚੋਂ ਗਈ, ਕਈ ਸੈਂਟਰਾਂ ਉਹਨੇ ਦੇਖਿਆ ਕਿ ਕਿੰਨੀਆਂ ਗੋਲੀਆਂ ਆ ਰਹੀਆਂ। ਹੁਣ ਇਹ ਮੈਨੂੰ ਨਹੀਂ, ਉਹਨੇ ਡਿਟੇਲ 'ਚ ਸਾਨੂੰ ਕਦੀ ਦੱਸਿਆ ਹੀ ਨਹੀਂ ਉਹਨੇ। ਇਹ ਤਾਂ ਸਾਨੂੰ ਉਹਨੇ ਡੈਥ ਤੋਂ ਬਾਅਦ ਪਤਾ ਲੱਗਿਆ ਕਿ ਉਹਦੀ ਇੱਕ ਲੈਟਰ ਉਹਨੇ ਆਪਣੇ ਬੌਸ ਨੂੰ, ਜੁਆਇੰਟ ਡਾਇਰੈਕਟਰ ਨੂੰ ਦਿੱਤੀ ਗਈ ਕਿ ਉਹਦੇ ਗੋਲੀਆਂ ਪਿਲਫਰੇਜ ਨਹੀਂ ਆ, ਗਵਰਨਮੈਂਟ ਨੂੰ ਇਹ ਦੇਖਣਾ ਪਏਗਾ ਗੋਲੀਆਂ ਕਿੱਥੇ ਜਾਂਦੀਆਂ। ਮਾਰਚ 2019 ਨੂੰ ਹਾਈ ਕੋਰਟ 'ਚ ਕੇਸ ਸੀਗਾ ਜਿਹਦੇ ਕਰਕੇ ਰਿਪੋਰਟਾਂ ਖੁੱਲੀਆਂ ਸੀ, ਉਹ ਰਿਪੋਰਟਾਂ ਖੁੱਲੀਆਂ ਨਹੀਂ। 29 ਨੂੰ ਨੇਹਾ ਦਾ ਕਤਲ ਹੋ ਗਿਆ। ਪਰ ਪੁਲਿਸ ਨੇ ਆਪਣੀ ਜਾਂਚ 'ਚ ਕੁਝ ਹੋਰ ਕਿਹਾ। ਪੁਲਿਸ ਦਾ ਕਹਿਣਾ ਸੀ ਕਿ ਨੇਹਾ ਸ਼ੌਰੀ ਨੇ 2009 'ਚ ਮਰਿੰਡਾ 'ਚ ਕਾਤਲ ਬਲਵਿੰਦਰ ਸਿੰਘ ਦੇ ਮੈਡੀਕਲ ਸਟੋਰ ਤੇ ਰੇਡ ਕੀਤੀ ਸੀ ਜਿੱਥੇ ਕੁਝ ਬੈਂਡ ਦਵਾਈਆਂ ਵਿਕ ਰਹੀਆਂ ਸਨ। ਇਸ ਕਰਕੇ ਨੇਹਾ ਨੇ ਬਲਵਿੰਦਰ ਸਿੰਘ ਦੇ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ ਕਰ ਦਿੱਤਾ ਤੇ ਉਸੇ ਬਲਵਿੰਦਰ ਨੇ ਆਪਣੀ ਨਿੱਜੀ ਦੁਸ਼ਮਣੀ ਕੱਢਣ ਲਈ 10 ਸਾਲ ਬਾਅਦ ਨੇਹਾ ਨੂੰ ਖਤਮ ਕਰ ਦਿੱਤਾ ਤੇ ਖੁਦ ਵੀ ਖੁਦਕੁਸ਼ੀ ਕਰ ਗਿਆ। ਇਸ ਵਾਰਦਾਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪੰਜਾਬ 'ਚ ਕੈਪਟਨ ਸਰਕਾਰ ਸੀ। 2019 ਦੀਆਂ ਲੋਕ ਸਭਾ ਚੋਣਾਂ ਹੋਣੀਆਂ ਸਨ। ਪਰਿਵਾਰ ਨੂੰ ਇਨਸਾਫ ਦੇਣ ਦੇ ਵਾਅਦੇ ਕੀਤੇ ਗਏ ਪਰ ਅੱਜ 4.5 ਸਾਲ ਬੀਤ ਗਏ ਹਨ। ਪਰਿਵਾਰ ਅਜੇ ਵੀ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਦਿਲ 'ਚ ਸੀਗਾ ਕਿ ਇਹਨੂੰ ਬ੍ਰਾਈਬ ਸ਼ੇਅਰ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ, ਇਹਨੂੰ ਮਾਰ ਦੇਣਾ ਇੱਕ ਤਰੀਕਾ ਹੈ ਤਾਂ ਕਿ ਹਮੇਸ਼ਾ ਲਈ ਖਤਮ ਹੋ ਜਾਏ। ਅਸੀਂ ਹੈਲਪ ਕਰ ਰਹੇ ਸੀ ਪੁਲਿਸ ਦੀ। ਪੁਲਿਸ ਸਾਡੇ ਸਾਰੇ ਹੈਲਪ ਲੈ ਕੇ ਆਪਣਾ ਡਾਟਾ ਸਾਰਾ ਮਿਟਾ ਰਹੀ ਸੀ। ਮਾਨ ਸਾਹਿਬ ਨੂੰ ਮਿਲਣਾ, ਅਮਰਿੰਦਰ ਸਿੰਘ ਨੇ ਤਾਂ ਆਪਣੇ ਮੈਨੀਫੈਸਟੋ 'ਚ ਲਿਖਿਆ ਸੀ ਕਿ ਮੈਂ 2 ਮਹੀਨੇ 'ਚ ਨਸ਼ਾ ਖਤਮ ਕਰ ਦੇਵਾਂਗਾ। ਮੈਂ ਤਾਂ ਮੇਰੀ ਕੁੜੀ ਖਤਮ ਕਰਵਾ, ਕੀ ਨਸ਼ਾ ਨੇ ਖਤਮ ਕਰਨਾ। ਮੈਮ, ਪਹਿਲਾਂ ਮੈਂ ਇਹ ਜਾਣਨਾ ਚਾਹੂੰਗੀ ਕਿ 29 ਮਾਰਚ 2019 ਨੂੰ ਆਖਿਰ ਹੋਇਆ ਕੀ ਸੀ? ਕੁਝ ਨਹੀਂ ਹੋਇਆ ਸੀ। ਉਹ ਜਿਸ ਤਰ੍ਹਾਂ ਰੋਜ਼ ਆਪਣੀ ਡਿਊਟੀ ਕਰਨ ਜਾਂਦੀ ਸੀ ਉਸੇ ਤਰ੍ਹਾਂ ਹੀ ਬੜੀ ਖੁਸ਼ੀ ਨਾਲ ਆਪਣੇ ਆਫਿਸ ਗਈ ਉਹ। ਔਰ ਉਸ ਤੋਂ ਬਾਅਦ ਸਾਨੂੰ 11:30 ਪੌਣੇ 12 ਵਜੇ ਮੇਰੇ ਬੇਟੇ ਦਾ ਫੋਨ ਆਇਆ ਕਿ ਮੇਰੀ ਡਾਕਟਰ ਦਾ ਨਾਮ ਨੇਹਾ ਸ਼ੌਰੀ ਸੀ ਕਿ ਉਹਦਾ ਐਕਸੀਡੈਂਟ ਹੋ ਗਿਆ ਤੇ ਤੁਸੀਂ ਜਲਦੀ ਚਲੋ ਹਸਪੀਟਲ 'ਚ। ਸਾਨੂੰ ਨਹੀਂ ਪਤਾ ਸੀ ਕਿ ਉਹਨੂੰ ਗੋਲੀਆਂ ਮਾਰੀਆਂ, ਸਾਨੂੰ ਨਹੀਂ ਪਤਾ ਸੀ ਕਿ ਉਹਨੂੰ ਕੀ ਕੀਤਾ ਗਿਆ ਆਫਿਸ 'ਚ। ਸਾਨੂੰ ਲੱਗਿਆ ਕਿ ਐਜ਼ ਯੂਜ਼ਲ ਆਫਿਸ ਜਾ ਰਹੀ ਸੀ, ਐਕਸੀਡੈਂਟ ਹੋ ਗਿਆ ਹੋਣਾ। ਬਟ ਜਦੋਂ ਅਸੀਂ ਮੈਕਸ ਹਸਪੀਟਲ ਪਹੁੰਚੇ, ਅਸੀਂ ਰਸਤੇ 'ਚ ਲੋਕਾਂ ਨੂੰ ਫੋਨ ਕੀਤੇ ਕਿ ਉਹਨੂੰ ਕਿੱਥੇ ਐਕਸੀਡੈਂਟ ਹੋਇਆ, ਕੀ ਹੋਇਆ, ਤਾਂ ਸਾਨੂੰ ਕਿਸੇ ਨੇ ਦੱਸਿਆ ਕਿ ਨਹੀਂ, ਗੋਲੀ ਉਹਨੂੰ ਮਾਰੀ ਸੀ ਕਿਸੇ ਨੇ ਤੇ ਉਹਨੂੰ ਹਸਪੀਟਲ ਲੈ ਕੇ ਗਏ ਆ। ਅਸੀਂ ਬੜੀ ਉਮੀਦ ਨਾਲ ਰੱਬ ਦਾ ਨਾਮ ਲੈਂਦੇ ਹੋਏ ਹਸਪੀਟਲ ਗਏ, ਮੈਕਸ ਪਹੁੰਚੇ। ਉਹ ਖਰੜ ਤੋਂ ਉਹਨੂੰ ਸਿਵਲ ਹਸਪੀਟਲ ਉੱਥੇ ਨਹੀਂ ਟ੍ਰੀਟਮੈਂਟ ਦੇ ਪਾਏ, ਉਹਨੂੰ ਮੋਹਾਲੀ ਮੈਕਸ ਵਿੱਚ ਲਿਆਂਦਾ ਗਿਆ। ਉੱਥੇ ਜਦੋਂ ਅਸੀਂ ਪਹੁੰਚੇ ਤਾਂ ਬਹੁਤ ਮੀਡੀਆ ਉੱਥੇ ਸੀਗਾ, ਬਹੁਤ ਲੋਕ ਸੀਗੇ। ਸਾਨੂੰ ਨਹੀਂ ਪਤਾ ਸੀ, ਅਸੀਂ ਕਿ VIP ਸਿਟੀ ਹੈ, ਕੋਈ ਨਾ ਕੋਈ ਕੁਛ ਨਾ ਕੁਛ ਹੋਇਆ ਹੀ ਰਹਿੰਦਾ ਡੇਲੀ। ਜਦੋਂ ਅਸੀਂ ਅੰਦਰ ਗਏ, ਬੇਟਾ ਮੇਰਾ ਕਾਰ ਪਾਰਕ ਕਰਨ ਗਿਆ, ਅਸੀਂ ਦੋਨੋਂ ਅੰਦਰ ਗਏ। ਮੈਂ ਐਮਰਜੈਂਸੀ ਵੱਲ ਜਾਣ ਲੱਗੀ ਤਾਂ ਇੱਕ ਡਾਕਟਰ ਨੇ ਮੇਰਾ ਹੱਥ ਪਕੜ ਕੇ ਸਾਨੂੰ ਦੂਸਰੇ ਕਮਰੇ 'ਚ ਲੈ ਗਏ। ਜਦੋਂ ਅਸੀਂ ਉੱਥੇ ਪਹੁੰਚੇ ਤਾਂ ਉਹ ਇੱਕ ਸਟ੍ਰੈਚਰ 'ਤੇ ਪਈ ਸੀਗੀ ਦੂਸਰੇ ਰੂਮ 'ਚ, ਐਂਡ ਸ਼ੀ ਵਾਸ ਨੋ ਮੋਰ। ਕੁਛ ਨਹੀਂ, ਅਸੀਂ ਉਹਨੂੰ ਜਾ ਕੇ ਬੁਲਾਇਆ, ਕੁਛ ਵੀ ਨਹੀਂ, ਉਹ ਬੋਲੀ ਨਹੀਂ ਬਿਲਕੁਲ ਵੀ। ਬਾਅਦ 'ਚ ਸਾਨੂੰ ਪਤਾ ਲੱਗਾ ਕਿ ਇਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਉਸ ਸਮੇਂ ਤੱਕ ਤੁਹਾਨੂੰ ਪਤਾ ਲੱਗ ਗਿਆ ਸੀ ਵੀ ਇਸ ਕਤਲ ਦੇ ਪਿੱਛੇ ਕੁਝ ਬਹੁਤ ਵੱਡੀ ਇੱਕ ਸਾਜ਼ਿਸ਼ ਹੈ? ਨਹੀਂ, ਸਾਨੂੰ ਸਾਜ਼ਿਸ਼ ਦਾ ਵੀ ਨਹੀਂ ਪਤਾ ਲੱਗਿਆ, ਸਾਨੂੰ ਕੁਛ ਵੀ ਨਹੀਂ ਪਤਾ ਲੱਗਿਆ। ਅਸੀਂ ਤਾਂ ਆਪਣੀ ਤਰਫ ਤੋਂ ਐਕਸੀਡੈਂਟ ਕਰਕੇ ਗਏ ਸੀਗੇ, ਉੱਥੇ ਜਾ ਕੇ ਪਤਾ ਲੱਗਾ ਕਿ ਗੋਲੀਆਂ ਚੱਲੀਆਂ, ਗੋਲੀਆਂ ਨਾਲ ਮਾਰ ਦਿੱਤਾ ਗਿਆ। ਉਸ ਤੋਂ ਬਾਅਦ ਸਾਨੂੰ ਵੀ ਵਰ ਸ਼ੌਕਡ ਕਿ ਕੀ ਹੋਇਆ ਸਾਡੇ ਨਾਲ। ਔਰ ਸਾਨੂੰ ਬਹੁਤ ਦੇਰ ਬਾਅਦ ਪਤਾ ਲੱਗਿਆ ਕਿ ਨਿਊਜ਼ ਆ ਗਈ TV 'ਤੇ ਅੱਧੇ ਘੰਟੇ ਵਿੱਚ ਕਿ ਇਸ ਲੜਕੀ ਨੂੰ ਇੱਕ ਕੈਮਿਸਟ ਨੇ, ਜਿਹੜਾ ਕਿ 11 ਸਾਲ ਦੀ ਉਹਦੀ ਪੁਰਾਣੀ ਦੁਸ਼ਮਣੀ ਸੀ, ਉਹਨੇ ਗੋਲੀਆਂ ਮਾਰੀਆਂ ਉਹਦੇ ਆਫਿਸ 'ਚ ਆ ਕੇ। ਜਦੋਂ ਕਿ ਉਹਦੇ ਆਫਿਸ 'ਚ ਉਹ ਆਪਣਾ ਕੰਮ ਕਰ ਰਹੀ ਸੀ, ਉਹਦੇ ਆਫਿਸ ਦੇ ਅੱਗੇ
ਬਾਹਰ ਸੀਸੀਟੀਵੀ ਕੈਮਰਾਸ ਲੱਗੇ ਹੋਏ ਆ। ਉਹ ਫਸਟ ਫਲੋਰ ਤੇ ਸੀਗੀ। ਉਹ ਬੰਦਾ ਕਿਸ ਤਰ੍ਹਾਂ ਗਿਆ, ਪੌੜੀਆਂ 'ਚੋਂ ਉਤਰ ਕੇ ਉਹ ਵਾਪਸ ਆਇਆ। ਬਾਅਦ ਵਿੱਚੋਂ ਸਾਨੂੰ ਪਤਾ ਲੱਗਿਆ ਕਿ ਉਸ ਬੰਦੇ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਔਰ ਮਰ ਗਿਆ। ਉਹਨੇ ਆਤਮ ਹੱਤਿਆ ਕਰ ਲਈ। ਸਾਨੂੰ ਬਿਲਕੁਲ ਵਿਸ਼ਵਾਸ ਨਹੀਂ ਆਇਆ ਕਿ ਉਸਨੇ ਗੋਲੀਆਂ ਮਾਰਨੀਆਂ। ਸਾਨੂੰ ਇਹ ਨਹੀਂ ਸੀ ਪਤਾ ਕਿ ਉਹ ਮਰ ਗਿਆ ਜਾਂ ਜ਼ਿੰਦਾ ਹੈ। ਅਸੀਂ ਤਾਂ ਆਪਣੀ ਬੇਟੀ ਦੇ ਉਹਦੇ 'ਚ ਰਹੇ ਕਿ ਸਾਡੀ ਬੇਟੀ ਨੂੰ ਕਿਹਨੇ ਮਾਰਿਆ। ਅਸੀਂ ਪੁਲਿਸ ਤੋਂ ਪੁੱਛਦੇ ਰਹੇ। ਤੇ ਫਿਰ ਜਦੋਂ ਇਹ ਸਾਰਾ ਕੁਝ ਹੋ ਗਿਆ, ਪੁਲਿਸ ਨੇ ਤੁਹਾਨੂੰ ਕੀ ਦੱਸਿਆ? ਪੁਲਿਸ ਨੇ ਸਾਨੂੰ ਕੁਝ ਨਹੀਂ ਦੱਸਿਆ। ਇਹ ਕਿਹਾ ਕਿ ਇੱਕ 11 ਸਾਲ ਦੀ ਦੁਸ਼ਮਣੀ ਸੀ, ਉਹਨੇ ਆ ਕੇ ਆਫਿਸ 'ਚ ਗੋਲੀਆਂ ਮਾਰਤੀਆਂ ਔਰ ਉਹਦੀ ਡੈਥ ਹੋ ਗਈ। ਬਸ ਇਹ ਪੁਲਿਸ ਦੇ ਬਿਆਨ ਸੀਗੇ। ਤੇ ਕੇਸ ਬੰਦ ਹੋ ਗਿਆ? ਕੇਸ ਇਹਨਾਂ ਨੇ ਕੀਤਾ, ਇਨਵੈਸਟੀਗੇਟ ਕੀਤਾ ਹੋਣਾ ਜੋ ਵੀ ਕੀਤਾ। ਇਹਨਾਂ ਨੇ ਬਾਅਦ 'ਚੋਂ ਕੇਸ ਕਲੋਜ਼ ਕਰਤਾ ਔਰ ਸਾਨੂੰ ਕੋਈ ਖਬਰ ਨਹੀਂ ਕਿ ਸਾਡੀ ਬੇਟੀ ਦਾ ਕੇਸ ਵੀ ਇਹਨਾਂ ਨੇ ਕਲੋਜ਼ ਕਰਤਾ। ਸਾਨੂੰ ਆਫਿਸ ਵਾਲਿਆਂ ਨੇ ਕਿਹਾ ਕਿ ਅਸੀਂ FIR ਕਰਾਤੀ ਹੈ। FIR ਉਹਨਾਂ ਨੇ ਇੱਕ ਕੰਪਿਊਟਰ ਆਪਰੇਟਰ ਸੀ ਮੇਰੀ ਬੇਟੀ ਦੇ ਆਫਿਸ 'ਚ, ਜਿਹੜਾ ਕਿ ਐਡਹੌਕ ਬੇਸਿਸ 'ਤੇ ਸੀਗਾ, ਕੰਟਰੈਕਚੁਅਲ ਇੰਪਲੋਇਮੈਂਟ ਸੀਗੀ ਮਿਲੀ ਹੋਈ ਉਹਨੂੰ, ਉਹ ਤੋਂ ਕਰਵਾਈ ਗਈ। ਨਾ ਕਿ ਆਫਿਸ ਦੇ ਜੁਆਇੰਟ ਡਾਇਰੈਕਟਰ ਨੇ ਜਿਹਦੀ ਰਿਸਪੌਂਸਿਬਿਲਿਟੀ ਬਣਦੀ ਸੀ, ਜਾਂ ਕਿਸੇ ਪਰਮਾਨੈਂਟ ਸੀਨੀਅਰ ਆਫਿਸਰ ਨੇ ਜਾਂ ਕਿਸੇ ਹੋਰ ਨੇ ਪਰਮਾਨੈਂਟ ਇੰਪਲੋਈ ਨੇ ਕਰਾਈ। ਕੁਝ ਨਹੀਂ ਹੋਇਆ ਐਸਾ। ਇੱਕ ਕੰਪਿਊਟਰ ਆਪਰੇਟਰ ਤੋਂ ਉਹਨਾਂ ਨੇ ਕਰਵਾਈ। ਜਦ ਕੇਸ ਕਲੋਜ਼ ਕੀਤਾ ਗਿਆ, ਉਹ ਤੋਂ ਸਿਗਨੇਚਰ ਲੈ ਕੇ ਕੇਸ ਕਲੋਜ਼ ਹੋ ਗਿਆ। ਅਸੀਂ ਉਸ ਵੇਲੇ ਪੁਲਿਸ ਨੂੰ ਮਿਲਦੇ ਰਹੇ ਵਿੱਚ, ਪਰ ਸਾਨੂੰ ਕੋਈ ਪਤਾ ਨਹੀਂ ਕਿ ਇਹਨਾਂ ਨੇ ਕੇਸ ਕਲੋਜ਼ ਕਰਤਾ। ਜਦੋਂ ਪੇਪਰ 'ਚ ਖਬਰ ਆਈ ਕਿ ਕੇਸ ਕਲੋਜ਼ ਕਰ ਦਿੱਤਾ ਗਿਆ, ਉਹ ਬੰਦਾ ਹੈਬਿਚੁਅਲ ਟੈਬਲੇਟਸ ਲੈਂਦਾ ਸੀ, ਟ੍ਰੈਮਾਡੋਲ ਲੈਂਦਾ ਸੀਗਾ, ਔਰ ਉਹਨੇ ਆਪਣੀ ਦੁਸ਼ਮਣੀ ਕਰਕੇ ਮਾਰਤਾ ਨੇਹਾ ਨੂੰ, ਕਿਉਂਕਿ ਉਹ ਬਹੁਤ ਗਰੀਬ ਸੀਗਾ ਔਰ ਉਹ ਸੈਟਲ ਨਹੀਂ ਹੋ ਪਾ ਰਿਹਾ ਸੀ ਜ਼ਿੰਦਗੀ 'ਚ। ਇਸ ਲਈ ਉਹਨਾਂ ਨੂੰ ਨੇਹਾ ਨਾਲ ਰੰਜਿਸ਼ ਸੀਗੀ, ਜਦੋਂ ਕਿ ਇਹ ਬਿਲਕੁਲ ਝੂਠ ਹੈ। ਉਹਦੀ ਬੇਟੀ ਯੂਕਰੇਨ 'ਚ ਪੜ੍ਹ ਰਹੀ ਸੀ, ਰਸ਼ੀਆ 'ਚ ਸਟੱਡੀ ਕਰ ਰਹੀ ਸੀ। ਉਹਦਾ ਐਰੋ ਸਿਟੀ 'ਚ ਇੱਕ ਘਰ ਹੈ ਜਾਂ ਪਲਾਟ ਹੈ। ਉਹਦੀ ਮੋਰਿੰਡੇ ਦੁਕਾਨਾਂ ਕਿਰਾਏ 'ਤੇ। ਉਸ ਤੋਂ ਬਾਅਦ ਵੀ ਮਤਲਬ ਨੇਹਾ ਤੋਂ ਮਾਰਨ ਤੋਂ ਬਾਅਦ ਉਸ ਬੰਦੇ ਨੇ ਕਹਿੰਦੇ ਆਤਮ ਹੱਤਿਆ ਕਰ ਲਈ। ਆਤਮ ਹੱਤਿਆ ਕਰਨ ਤੋਂ ਬਾਅਦ ਵੀ ਇੰਸ਼ੋਰੈਂਸ ਕੰਪਨੀ ਨੇ ਉਹਨੂੰ, ਜਦੋਂ ਕਿ ਆਤਮ ਹੱਤਿਆ ਕਰਨ ਵਾਲੇ ਨੂੰ ਇੰਸ਼ੋਰੈਂਸ ਦਾ ਪੈਸਾ ਨਹੀਂ ਮਿਲਦਾ, ਉਹਨੂੰ ਪੈਸਾ ਮਿਲਿਆ। ਉਹਦੇ ਬੇਟੇ ਨੇ ਹਾਰਲੀ ਡੇਵਿਡਸਨ ਮੋਟਰਸਾਈਕਲ ਖਰੀਦਿਆ, ਉਹਨਾਂ ਨੇ ਇੱਕ ਕਾਰ ਖਰੀਦੀ, ਇੱਕ ਨਵਾਂ ਘਰ ਬਣਾ ਲਿਆ ਔਰ ਉਹਦੀ ਦੂਸਰੀ ਬੇਟੀ ਕੈਨੇਡਾ ਪੜ੍ਹਨ ਚਲੀ ਗਈ। ਮਤਲਬ ਇਹ ਪੰਜਾਬ ਦੀ ਗਰੀਬੀ ਦੀ ਕਹਾਣੀ ਦੱਸਦੀ ਹੈ ਜਿਹੜੀ ਪੁਲਿਸ ਨੇ ਸਾਨੂੰ ਦੱਸੀ ਹੈ। ਇਸ ਤੋਂ ਬਾਅਦ ਅਸੀਂ ਕੀ ਕਹੀਏ ਫਿਰ? ਜਦੋਂ 2009 ਦੀ ਇਹ ਘਟਨਾ ਹੈ, ਜਦੋਂ ਇਹ ਕਿਹਾ ਗਿਆ ਕਿ ਬਲਵਿੰਦਰ ਸਿੰਘ ਦੇ ਮੈਡੀਕਲ ਦੇ ਉੱਤੇ, ਮੈਡੀਕਲ ਜਿਹੜਾ ਉਹਦੀ ਦੁਕਾਨ ਸੀ, ਉੱਥੇ ਰੇਡ ਕੀਤੀ ਗਈ ਸੀ ਨੇਹਾ ਸ਼ੌਰੀ ਹੋਰਾਂ ਦੇ ਵੱਲੋਂ। ਉਸ ਸਮੇਂ ਨੇਹਾ ਸ਼ੌਰੀ ਨੇ ਤੁਹਾਡੇ ਨਾਲ ਕੋਈ ਗੱਲ ਕੀਤੀ ਸੀ ਕਿ ਐਵੇਂ ਕੋਈ ਰੇਡ ਹੋਈ ਹੈ, ਉਹ ਬੰਦਾ ਜਿਸ ਦੇ ਮੈਡੀਕਲ ਸਟੋਰ 'ਤੇ ਮੈਂ ਰੇਡ ਕੀਤੀ ਆ, ਉਹਦਾ ਮੇਰੇ ਨਾਲ ਕੋਈ ਧਮਕੀ ਦਿੱਤੀ ਜਾ ਰਹੀ ਹੈ ਜਾਂ ਕੁਛ ਐਵੇਂ ਦਾ ਕੁਛ ਅਟਪਟਾ ਲੱਗ ਰਿਹਾ ਸੀ? ਦੇਖੋ, ਜਦੋਂ ਪੰਜਾਬ ਗਵਰਨਮੈਂਟ ਇੰਪਲੋਏ ਕਰਦੀ ਹੈ ਡਰੱਗ ਇੰਸਪੈਕਟਰਸ ਨੂੰ, ਉਹਨਾਂ ਦਾ ਮਤਲਬ ਹੈ ਕਿ ਜਿਹੜੀਆਂ ਅਨਸ਼ਡਿਊਲਡ ਮੈਡੀਸਨਸ ਹੈ ਜਾਂ ਨਸ਼ੇ ਹੈ, ਇਹ ਦੁਕਾਨਾਂ 'ਤੇ ਨਾ ਵਿਕਣ, ਲੋਕਾਂ ਨੂੰ ਸਹੀ ਦਵਾਈਆਂ ਮਿਲਣ, ਨਕਲੀ ਦਵਾਈਆਂ ਨਾ ਮਿਲਣ। ਇਸ ਲਈ ਮੇਰੀ ਬੇਟੀ ਨੂੰ ਅਪੁਆਇੰਟ ਕੀਤਾ ਗਿਆ ਸੀ। ਰੇਡ ਮਾਰਨਾ ਉਹਦਾ ਇੱਕ ਰੂਟੀਨ ਕੰਮ ਸੀ। ਉਹਦੀ ਉਹਨੂੰ ਤਨਖਾਹ ਮਿਲਦੀ ਸੀ, ਜਿਹੜੀ ਉਹ ਬੜੀ ਇਮਾਨਦਾਰੀ ਨਾਲ ਕਰ ਰਹੀ ਸੀਗੀ, ਔਰ ਉਹਨੇ ਕੀਤਾ ਵੀ। ਔਰ ਜਦੋਂ ਰੇਡ ਮਾਰਦੀ ਸੀ, ਉਹ ਇਕੱਲੀ ਨਹੀਂ ਸੀ ਹੁੰਦੀ, ਉਹਦੇ ਨਾਲ ਪੂਰੀ ਟੀਮ ਹੁੰਦੀ ਸੀਗੀ। ਔਰ ਅਗਰ ਉਹਨੇ ਰੇਡ ਮਾਰੀ, ਕੋਈ ਗਲਤ ਨਹੀਂ ਕੀਤਾ। ਗਲਤ ਤਾਂ ਹੋਵੇ ਨਾ ਜੇ ਉਹਨੇ ਕਿਸੇ ਸੱਚੇ ਬੰਦੇ ਨੂੰ ਫੜਿਆ ਹੋਵੇ। ਉਹਨੇ ਤਾਂ ਹਜ਼ਾਰਾਂ ਰੇਡਾਂ ਕੀਤੀਆਂ ਆਪਣੀ ਲਾਈਫ 'ਚ। ਹਰ ਇੱਕ ਨੇ ਕਿਉਂ ਨਹੀਂ ਮਾਰਤਾ? ਹਰ ਕੈਮਿਸਟ ਨੇ ਉੱਠ ਕੇ ਕਿਉਂ ਨਹੀਂ ਨੇਹਾ ਨੂੰ ਮਾਰਤਾ? ਉਹਨੇ ਕਿਉਂ ਮਾਰਿਆ? ਔਰ 11 ਸਾਲ ਉਹਨੇ ਕਿਉਂ ਸੋਚਣ ਨੂੰ ਲਗਾਏ ਕਿ ਨੇਹਾ ਨੂੰ ਮਾਰਨਾ ਚਾਹੀਦਾ? ਇਹ ਵੀ ਦੱਸੋ ਨਾ। ਉਹੀ ਮੈਂ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਬਲਵਿੰਦਰ ਸਿੰਘ ਨੇ ਇੱਕ ਪੂਰੀ ਟੀਮ ਦੇ ਵਿੱਚੋਂ ਸਿਰਫ ਨੇਹਾ ਨੂੰ ਹੀ ਕਿਉਂ ਚੁਣਿਆ? ਪਤਾ ਨਹੀਂ, ਕਿਸੇ ਨੇ ਸੁਪਾਰੀ ਦਿੱਤੀ ਹੋਏਗੀ, ਕਿਸੇ ਨੇ ਉਹਨੂੰ ਲਾਲਚ ਦਿੱਤਾ ਹੋਏਗਾ। ਜੋ ਮੈਂ ਦੱਸ ਰਹੀ ਹਾਂ ਕਿ ਉਹਦੇ ਮਰਨ ਤੋਂ ਬਾਅਦ ਉਹਦੀ ਵਾਈਫ ਨੂੰ ਇੰਨਾ ਪੈਸਾ ਮਿਲਿਆ, ਉਹਨਾਂ ਨੇ ਘਰ ਬਣਾਇਆ, ਉਹਨਾਂ ਨੂੰ ਮੋਟਰਸਾਈਕਲ ਲਿੱਤਾ, ਉਹਨਾਂ ਨੂੰ ਇੰਸ਼ੋਰੈਂਸ ਦਾ ਪੈਸਾ ਮਿਲਿਆ, ਬੇਟੀ ਕੈਨੇਡਾ ਪੜ੍ਹਨ ਚਲੀ ਗਈ। ਤਾਂ ਤੁਹਾਨੂੰ ਆਪਣੇ ਆਪ ਸਮਝ ਜਾਣਾ ਚਾਹੀਦਾ ਕਿ ਉਹਨੇ ਬਿਨਾਂ ਕਿਸੇ ਮਕਸਦ ਤੋਂ ਨਹੀਂ ਉਹਨੂੰ ਮਰਵਾਇਆ ਗਿਆ, ਨੇਹਾ ਨੂੰ ਪੂਰੀ ਸਾਜ਼ਿਸ਼ ਨਾਲ ਮਰਵਾਇਆ ਗਿਆ। ਤੁਹਾਨੂੰ ਕੀ ਲੱਗਦਾ ਕੌਣ ਹੈ ਇਸ ਸਾਜ਼ਿਸ਼ ਦੇ ਪਿੱਛੇ? ਬਿਲਕੁਲ ਇਹੀ ਲੋਕ ਹੈ। ਪੰਜਾਬ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਹੈ। ਮੇਰੀ ਬੇਟੀ ਪੰਜਾਬ ਗਵਰਨਮੈਂਟ ਦੇ ਕੋਲ ਨੌਕਰੀ ਕਰਦੀ ਸੀ, ਉਹ ਆਫਿਸ ਗਈ ਹੈ, ਉਹ ਮੇਰੇ ਘਰੋਂ ਅਗਰ ਜਾਂਦੀ ਗਈ ਹੈ ਤਾਂ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਗਵਰਨਮੈਂਟ ਦੀ ਉਹਨੂੰ ਪ੍ਰੋਟੈਕਟ ਕਰਨ ਦੀ। ਆਫਿਸ ਦੇ ਅੰਦਰ ਕੋਈ ਐਰਾ ਗੈਰਾ ਐਂਟਰ ਕਿਉਂ ਕੀਤਾ? ਫਿਰ ਉਹਨੇ ਮਾਰ ਕਿਸ ਤਰ੍ਹਾਂ ਦਿੱਤਾ? ਫਿਰ ਉਹ ਬਿਨਾਂ ਪਕੜੇ, ਬਿਨਾਂ ਕਿਸੇ ਦੇ ਨੋਟਿਸ ਆ ਗਏ, ਉਹ ਬਚ ਕੇ ਕਿਸ ਤਰ੍ਹਾਂ ਚਲਾ ਗਿਆ?
ਫਿਰ ਪੰਜਾਬ ਗਵਰਨਮੈਂਟ ਨੂੰ ਜਦ ਕੁਝ ਵੀ ਨਹੀਂ ਪਤਾ ਲੱਗਾ, ਪੁਲਿਸ ਨੂੰ ਕੁਝ ਵੀ ਨਹੀਂ ਪਤਾ ਲੱਗਾ ਇਸ ਗੱਲ ਦਾ, ਤੇ ਉਹਨਾਂ ਨੂੰ ਇਹ ਕਿੱਦਾਂ ਪਤਾ ਲੱਗ ਗਿਆ ਕਿ ਉਹਨੇ ਵਿਦਿਨ 4-5 ਮਿੰਟਸ ਉਹਨੇ ਆਤਮ ਹੱਤਿਆ ਕਰ ਲਈ। ਜਦ ਉਹਨਾਂ ਨੂੰ ਇਹ ਨਹੀਂ ਪਤਾ ਮੇਰੀ ਬੇਟੀ ਨੂੰ ਕਿਹਨੇ ਮਾਰਿਆ ਜਾਂ ਕਿਹਨੇ ਮਰਵਾਇਆ, ਤਾਂ ਉਹਨਾਂ ਨੇ ਇਹ ਕਿੱਦਾਂ ਪਤਾ ਕਰ ਲਿਆ ਕਿ ਉਹਨੇ ਆਤਮ ਹੱਤਿਆ ਕੀਤੀ ਹੈ। ਕਿੰਨੀਆਂ ਗੋਲੀਆਂ ਨੇਹਾ ਦੇ ਵੱਜੀਆਂ ਸੀ? ਨੇਹਾ ਦੇ ਕੋਲੋਂ ਪਤਾ ਨਹੀਂ ਕਿੰਨੀਆਂ ਗੋਲੀਆਂ ਮਾਰੀਆਂ। ਇਹ ਤਾਂ ਕਹਿੰਦੇ ਆ 2 ਗੋਲੀਆਂ ਮਾਰੀਆਂ, 2 ਬਾਹਰ ਗਿਰੀਆਂ, ਪਰ ਉਹਦੀ ਬੋਡੀ ਤੇ 8 ਨਿਸ਼ਾਨ ਸੀਗੇ। ਪੋਸਟਮਾਰਟਮ ਰਿਪੋਰਟ ਹੈ ਖਰੜ ਦੇ ਹਸਪੀਟਲ ਦੇ ਡਾਕਟਰਸ ਦੀ। ਉਹਦੀ ਬੋਡੀ ਤੇ 8 ਨਿਸ਼ਾਨ 2 ਗੋਲੀਆਂ ਨਾਲ ਨਹੀਂ ਹੋ ਸਕਦੇ। ਕਿਸੇ ਵੀ ਡਾਕਟਰ ਤੋਂ ਪੁੱਛ ਲਓ, ਮੈਂ ਚੈਲੰਜ ਕਰਦੀ ਹਾਂ। 6 ਗੋਲੀਆਂ ਉਹਨੇ ਮਾਰੀਆਂ, ਉਹਨੇ ਨਹੀਂ 6 ਦੀਆਂ 6 ਗੋਲੀਆਂ ਮਾਰੀਆਂ। ਉਹ ਸਾਨੂੰ ਅੱਜ ਤੱਕ ਗੋਲੀਆਂ ਵੀ ਨਹੀਂ ਮਿਲੀਆਂ ਉਹਦੀਆਂ, ਕਿੰਨੀਆਂ ਮਾਰੀਆਂ ਕਿੰਨੀਆਂ ਨਹੀਂ ਮਾਰੀਆਂ। ਬਲਵਿੰਦਰ ਦੀ ਬੋਡੀ 'ਚੋਂ ਕਹਿੰਦੇ ਗੋਲੀਆਂ ਨਹੀਂ, ਇਹਨਾਂ ਨੇ ਉਹ ਵੀ ਨਹੀਂ ਨਿਕਾਲ ਕੇ, ਸਾਨੂੰ ਕੁਝ ਨਹੀਂ ਪਤਾ। ਸਾਨੂੰ ਅਸੀਂ ਇਹਨਾਂ ਤੋਂ ਰਿਪੋਰਟਾਂ ਮੰਗਦੇ ਰਹੇ। 2 ਗੋਲੀਆਂ ਮਾਰੀਆਂ ਬਲਵਿੰਦਰ ਨੇ, ਇੱਕ ਉਹਨੇ ਸਿਰ 'ਚ ਮਾਰੀ ਪਹਿਲੀ ਗੋਲੀ ਇਹਨਾਂ ਦੀ ਪੋਸਟਮਾਰਟਮ ਦੇ ਰਿਪੋਰਟ ਦੇ ਨਾਲ, ਪੰਜਾਬ ਗਵਰਨਮੈਂਟ ਦੇ ਹਿਸਾਬ ਨਾਲ, ਔਰ ਦੂਸਰੀ ਗੋਲੀ ਉਹਨੇ ਛਾਤੀ 'ਚ ਮਾਰੀ। ਮੇਰੇ ਹਸਬੈਂਡ ਆਰਮੀ 'ਚ ਰਹੇ ਆ। 2 ਗੋਲੀਆਂ ਕਦੀ ਆਪਣੇ ਆਪ ਨੂੰ ਕੋਈ ਮਾਰ ਨਹੀਂ ਸਕਦਾ। ਮੇਰੀ ਬੇਟੀ ਇੰਨੀ ਦਲੇਰ ਸੀ, ਸ਼ੀ ਵਾਜ਼ ਅ ਬ੍ਰੇਵ ਗਰਲ। 6 ਗੋਲੀਆਂ ਛਾਤੀ ਦੇ ਖਾ ਕੇ ਵੀ ਉਹ ਖੜੀ ਹੋਈ ਹੈ 2 ਗੋਲੀਆਂ ਤੋਂ ਬਾਅਦ। ਉਹਨੇ ਬੋਲਿਆ ਹਾਊ ਯੂ ਡੇਅਰ ਟੂ, ਤਾਂ ਉਹ ਕਿੱਦਾਂ 2 ਗੋਲੀਆਂ ਉਹਨੇ ਆਪਣੇ ਆਪ ਨੂੰ ਮਾਰ ਲਈਆਂ ਨਸ਼ੇ 'ਚ। ਉਹਨੇ ਉਹ ਕਹਿੰਦੇ ਟ੍ਰੈਮਾਡੋਲ ਦੇ ਨਸ਼ੇ 'ਚ ਸੀਗਾ, ਨਸ਼ੇ 'ਚ ਉਹਨੇ ਇੰਨੀ ਐਕੂਰੇਟ ਨਿਸ਼ਾਨੇ ਨਾਲ ਆਪਣੇ ਆਪ ਨੂੰ ਗੋਲੀਆਂ ਕਿੱਦਾਂ ਮਾਰ ਲਈਆਂ। ਇਹਦਾ ਮੈਨੂੰ ਪੰਜਾਬ ਗਵਰਨਮੈਂਟ ਜਵਾਬ ਦੇਵੇ ਔਰ ਉਹਨਾਂ ਦੇ ਡਾਕਟਰਸ ਜਵਾਬ ਦੇਣ, ਕਿਹਦੇ ਕਹਿੰਦੇ ਉਹਨਾਂ ਨੇ ਰਿਪੋਰਟ ਤਿਆਰ ਕੀਤੀ। ਦਫ਼ਤਰ 'ਚ ਕੋਈ ਸੀਸੀਟੀਵੀ? ਬਿਲਕੁਲ, ਉਹਦੇ ਆਫਿਸ ਦੇ ਬਾਹਰ ਸੀਸੀਟੀਵੀ ਸੀਗਾ। ਪੀਓਨ ਹੁੰਦਾ, ਉਹਦੇ ਆਫਿਸ ਦੇ ਅੰਦਰ ਇੱਕ ਕੰਪਿਊਟਰ ਆਪਰੇਟਰ, ਜਿਹਦਾ ਮੈਂ ਹੁਣੀ ਤੁਹਾਨੂੰ ਜ਼ਿਕਰ ਕੀਤਾ, ਉਹਦੇ ਅੰਦਰ ਬੈਠਦਾ ਸੀਗਾ ਜਿਹੜਾ ਰਿਪੋਰਟਾਂ ਤਿਆਰ ਕਰਦਾ ਸੀ। ਉਹ ਉਸ ਵੇਲੇ ਦਫ਼ਤਰ 'ਚ ਨਹੀਂ ਸੀ। ਜਦੋਂ ਕਿ ਉਹਨੇ ਪੁਲਿਸ ਰਿਪੋਰਟ ਨਾਲ 'ਚ ਲਿਖਿਆ ਹੋਇਆ, ਪੁਲਿਸ ਦੇ ਬਿਆਨਾਂ 'ਚ ਲਿਖਿਆ ਹੋਇਆ ਕਿ ਮੈਂ ਅੰਦਰ ਬੈਠਾ ਸੀ, ਇੱਕ ਆਦਮੀ ਬੈਗ ਲੈ ਕੇ ਐਂਟਰ ਕੀਤਾ, ਉਹਨੇ ਉਹਨੂੰ ਮਾਰਿਆ। ਉਹ ਜਦੋਂ ਕਿ ਉਹ ਹੈ ਨਹੀਂ ਸੀ, ਉਹਨੇ ਰੋਕਿਆ ਨਹੀਂ, ਕਿਉਂਕਿ ਪਹਿਲੇ ਉਹਦੀ ਸੀਟ ਹੈ, ਉਸ ਤੋਂ ਬਾਅਦ ਮੇਰੀ ਡਾਟਰ ਦੀ ਸੀਟ ਆਉਂਦੀ ਸੀ। ਕੋਈ ਅਫਸਰ ਨੂੰ ਮਿਲਣ ਆਉਂਦਾ ਤਾਂ ਕਿ ਚਪਰਾਸੀ ਦੀ ਡਿਊਟੀ ਨਹੀਂ ਪੁੱਛਣ ਦੀ, ਜਾਂ ਕੰਪਿਊਟਰ ਆਪਰੇਟਰ ਦੀ ਪੁੱਛਣ ਦੀ ਡਿਊਟੀ ਨਹੀਂ ਹੈ ਕਿ ਤੁਸੀਂ ਕਿਹਨੂੰ ਮਿਲਣ ਆਏ, ਕਾਹਦੇ ਲਈ ਮਿਲਣ ਆਏ, ਪਰਪਸ ਕੀ ਹੈ ਤੁਹਾਡਾ। ਅਸੀਂ ਸਰਕਾਰੀ ਦਫ਼ਤਰਾਂ 'ਚ ਜਾਂਦੇ, 6 ਵਾਰੀ ਚਿੱਟ ਪੜ੍ਹਦੇ ਹਾਂ, ਪਾਸ ਲੈਂਦੇ ਇਹਨਾਂ ਤੋਂ, ਤਾਂ ਅਸੀਂ ਅੰਦਰ ਜਾਂਦੇ ਹਾਂ। ਸਾਡੇ ਪਰਸ ਤੱਕ ਦੀਆਂ ਤਲਾਸ਼ੀਆਂ ਹੋ ਜਾਂਦੀਆਂ ਕਿ ਇਹ ਬੰਦੇ ਇੰਨਾ ਨਹੀਂ ਪੁੱਛ ਪਾਏ। ਅਗਰ ਕੰਪਿਊਟਰ ਆਪਰੇਟਰ ਉੱਥੇ ਸੀਗਾ, ਜਦੋਂ ਉਹਨੇ ਇੱਕ ਗੋਲੀ ਮਾਰੀ, ਉਹਨੇ ਉਹਦਾ ਹੱਥ ਕਿਉਂ ਨਹੀਂ ਪਕੜ ਲਿਆ? ਕਿਉਂਕਿ ਉੱਥੇ ਹੈ ਹੀ ਨਹੀਂ ਸੀਗਾ। ਝੂਠੇ ਬਿਆਨ ਪੰਜਾਬ ਗਵਰਨਮੈਂਟ ਉਹਨੇ ਨੇ ਦਿੱਤੇ, ਪੰਜਾਬ ਪੁਲਿਸ ਨੇ ਦਰਜ ਕੀਤੇ ਆ। ਅਗਰ ਉਹ ਸੀਗਾ ਤਾਂ ਇਹਨਾਂ ਨੇ ਪੁੱਛਿਆ ਕਿਉਂ ਨਹੀਂ ਕਿ ਤੂੰ ਕਿਉਂ ਨਹੀਂ ਪਕੜਿਆ ਉਹਨੂੰ? ਜੇ ਉਹਨੇ ਗੋਲੀ ਨੇਹਾ ਨੂੰ ਮਾਰ ਵੀ ਦਿੱਤੀ ਸੀ, ਨੇਹਾ ਮਰ ਵੀ ਗਈ ਸੀ ਜਾਂ ਬੇਹੋਸ਼ ਵੀ ਹੋ ਗਈ ਸੀ, ਉਹਨੇ ਕੁੰਡੀ ਲਾ ਕੇ ਉਹਨੂੰ ਪਕੜ ਕਿਉਂ ਨਹੀਂ ਲਿੱਤਾ? ਕਿਉਂਕਿ ਇਹ ਸਾਰੀ ਮਨ ਘੜਤ ਕਹਾਣੀ ਹੈ। ਜਦੋਂ ਉਹ ਬਲਵਿੰਦਰ ਬਾਹਰ ਭੱਜ ਗਿਆ, ਉਹ ਪਾਰਕਿੰਗ ਵੱਲ ਭੱਜ ਰਿਹਾ ਸੀ, ਤਾਂ ਉੱਥੇ ਕਿਸ ਨੂੰ ਫੜਿਆ? ਔਰ ਉਹਦਾ ਕੰਪਿਊਟਰ ਆਪਰੇਟਰ ਉਹਦੇ ਕੋਲ ਹੁੰਦੇ ਆ, ਕਿਸ ਤਰ੍ਹਾਂ ਭੱਜ ਗਿਆ? ਫਸਟ ਫਲੋਰ ਤੇ ਉਹ ਸੀਗਾ, ਉਹ ਨੀਚੇ ਕਿੱਦਾਂ ਉਤਰ ਗਿਆ ਇਹਨਾਂ ਦੇ ਆਫਿਸ ਤੋਂ? ਕੀ ਸਿਕਿਉਰਿਟੀ ਹੈ ਇਹਨਾਂ ਦੀ? ਖੁਦ ਤਾਂ ਇਹ ਮੰਤਰੀ ਜਾਂਦੇ ਆ, 10-10 ਗਨਮੈਨ ਲੈ ਕੇ ਜਾਂਦੇ ਆ, 15-15 ਗਨਮੈਨ ਹੁੰਦੇ ਇਹਨਾਂ ਦੀ, ਪੁਲਿਸ ਹੁੰਦੀ ਹੈ ਸਾਰੀ ਇਹਨਾਂ ਦੀ ਰਖਵਾਲੀ ਕਰਨ ਲਈ। ਜਦ ਇਹ ਇੱਦਾਂ ਦੀਆਂ ਗੱਲਾਂ ਲਈ, ਇੱਦਾਂ ਇੰਨੇ ਰਿਸਕ ਦੀ ਜੋਬ ਲਈ ਬੱਚਿਆਂ ਨੂੰ, ਖਾਸ ਕਰ ਕੁੜੀਆਂ ਨੂੰ ਅਪੁਆਇੰਟ ਕਰਦੇ ਆ, ਤਾਂ ਕਿਉਂ ਨਹੀਂ ਉਹਨਾਂ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਲੈਂਦੇ ਆ? ਤੁਹਾਡੀ ਡਾਟਰ, ਜਿਹੜੀ ਗ੍ਰੈਂਡ ਡਾਟਰ, ਉਹ ਨਾਲ ਸੀਗੀ ਉਸ ਸਮੇਂ, ਉਹਨਾਂ ਨੇ ਕਦੇ ਦੱਸਣ ਦੀ ਕੋਸ਼ਿਸ਼ ਕੀਤੀ? ਉਹ ਇੰਨੀ ਸਹਿਮ ਗਈ ਕਿਉਂਕਿ ਉਹ US ਤੋਂ ਆਈ ਹੋਈ ਸੀਗੀ, ਉਹਨੂੰ ਲੈਂਗੁਏਜ ਨਹੀਂ ਸੀ ਸਮਝ ਆਉਂਦੀ, ਪੰਜਾਬੀ ਬਿਲਕੁਲ ਵੀ ਨਹੀਂ ਸੀ ਆਉਂਦੀ। ਉਹਦੇ ਸਾਹਮਣੇ ਇੰਨਾ ਕੁਝ ਹੋ ਗਿਆ ਕਿ ਉਹ ਸਹਿਮ ਗਈ। ਉਹਨੂੰ ਇਹ ਲੱਗਿਆ ਕਿ ਲੈਪਟਾਪ 'ਤੇ ਉਹ ਕੰਮ ਕਰ ਰਹੀ ਸੀ ਮੇਰੀ ਡਾਟਰ, ਉਹਨੇ ਆ ਕੇ ਬੋਲਿਆ ਹੈਪੀ ਹੋਲੀ। ਉਸ ਤੋਂ ਬਾਅਦ ਉਹਨੇ ਇੱਕਦਮ ਗੋਲੀਆਂ ਮਾਰਤੀਆਂ। ਹੋਲੀ ਹੋ ਕੇ ਹਟੀ ਸੀ, ਸ਼ੀ ਥਾਟ ਕਿ ਉਹ ਹੋਲੀ ਵਿਸ਼ ਕਰਨ ਆਇਆ ਔਰ ਉਹਦੇ ਨਾਲ ਕਲਰ ਸਿੱਟ ਰਿਹਾ, ਕਿਉਂਕਿ ਉਹਦਾ ਖੂਨ ਜਾ ਕੇ ਦੀਵਾਰਾਂ 'ਤੇ ਪੈ ਗਿਆ। ਉਸ ਬੱਚੇ ਨੂੰ ਨਹੀਂ ਪਤਾ ਲੱਗਿਆ। 1.5 ਘੰਟਾ ਉਹ ਬੱਚਾ ਪਰੇਸ਼ਾਨ ਰਿਹਾ ਕਿਉਂਕਿ ਉਹਦੇ ਸਾਰੇ ਲੋਕ ਅਨਨੋਨ ਲੋਕ ਸੀਗੇ ਜਿਹਨੂੰ ਉਹ ਜਾਣਦੀ ਨਹੀਂ ਸੀ। ਔਰ ਉਹਨੂੰ ਤਾਂ ਲੈ ਕੇ ਉਠਾ ਕੇ ਮੇਰੀ ਬੇਟੀ ਨੂੰ ਤਾਂ ਹਸਪੀਟਲ ਤੋਂ ਦੂਸਰੇ ਹਸਪੀਟਲ, ਐਂਡ ਸ਼ੀ ਵਾਜ਼ ਅਲੋਨ। ਉਹਦੀ ਕੋਲੀਗਸ ਨੇ ਬਾਅਦ 'ਚ ਉਹਨਾਂ ਨੂੰ ਸੰਭਾਲਿਆ। ਹੁਣ ਕਦੇ ਉਹਨਾਂ ਨੂੰ ਉਹ ਚੀਜ਼ ਯਾਦ ਰਹਿੰਦੀ ਹੈ ਵੀ ਉਸ ਟਾਈਮ ਐਵੇਂ ਕਦੇ ਹੋਇਆ ਹੀ? ਨਹੀਂ, ਅਸੀਂ ਉਹਨੂੰ ਯਾਦ ਨਹੀਂ ਦਿਲਾਉਣਾ ਚਾਹੁੰਦੇ ਕਿਉਂਕਿ ਉਹਦੀ ਅਸੀਂ ਬਹੁਤ ਕਾਉਂਸਲਿੰਗ ਕਰਾਈ ਹੈ। 1.5 ਸਾਲ ਉਹਦੀ ਕਾਉਂਸਲਿੰਗ ਬੱਚੇ ਦੀ ਕਰਵਾਉਂਦੇ ਰਹੇ ਔਰ ਡਾਕਟਰਸ ਨੇ ਕਿਹਾ ਉਹਦੇ ਸਾਹਮਣੇ ਕੋਈ ਘਰ ਦੀ ਗੱਲ ਵੀ ਨਾ ਕਰੋ, ਉਹਦੇ ਸਾਹਮਣੇ ਮਰਡਰ ਦੀ ਗੱਲ ਵੀ ਨਾ ਕਰੋ, ਕਿਉਂਕਿ ਉਹ ਬੱਚਾ ਇੰਨਾ ਸਹਿਮ ਚੁੱਕਿਆ, ਉਹਦਾ ਬਚਪਨ ਖਤਮ ਹੋ ਗਿਆ। 2018 ਦੇ ਵਿੱਚ ਨੇਹਾ ਸ਼ੌਰੀ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ। ਉਸ ਰਿਪੋਰਟ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਬਹੁਤ ਵੱਡੇ ਖੁਲਾਸੇ ਨੇਹਾ ਦੇ ਵੱਲੋਂ ਕੀਤੇ ਗਏ ਸੀ, ਜਿਸ ਤੋਂ ਬਾਅਦ 2019 ਦੇ ਵਿੱਚ ਨੇਹਾ ਦੇ ਨਾਲ ਇਹ ਘਟਨਾਕ੍ਰਮ ਪੂਰਾ ਵਾਪਰਿਆ। ਉਸ ਰਿਪੋਰਟ ਦੇ ਵਿੱਚ ਆਖਿਰ ਕੀ ਸੀ? ਉਸ ਰਿਪੋਰਟ ਸੀਗਾ, ਉਹ ਸੈਂਟਰਲ ਗਵਰਨਮੈਂਟ ਦੀ ਇੱਕ ਟੀਮ ਆਈ ਸੀ ਇਹ ਦੇਖਣ ਲਈ ਕਿ ਦਵਾਈਆਂ ਜਿਹੜੀਆਂ ਨਸ਼ਾ ਕੇਂਦਰਾਂ 'ਤੇ ਹੈ, ਬੂਪਰਨੋਰਫਿਨ ਉਹਦਾ ਨਾਮ ਹੈ ਦਵਾਈ ਦਾ, ਕਿ ਕੀ ਉਹ ਡਰੱਗ ਐਡਿਕਟਸ ਨੂੰ ਦਿੱਤੀਆਂ ਜਾਂਦੀਆਂ, ਜਿੰਨੀ ਮਾਤਰਾ 'ਚ ਉਹ ਜਾ ਰਹੀਆਂ ਤੁਸੀਂ ਉਹਨੂੰ
ਦੇਖੋ ਜਾ ਕੇ ਚੈੱਕ ਕਰੋ। ਜਦੋਂ ਇਹ ਗਈ ਇਹਨੇ ਡਰੱਗ ਸੈਂਟਰਲ ਗਵਰਨਮੈਂਟ ਦੀ ਟੀਮ ਨਾਲ ਗਈ, ਇਹਨੇ ਉੱਥੇ ਜਾ ਕੇ ਦੇਖਿਆ ਕਿ ਜਿਹੜੇ ਨਸ਼ਾ ਕੇਂਦਰ ਹੈ ਉੱਥੇ ਜਿਹੜੇ ਡਰੱਗ ਐਡਿਕਟਸ ਹੈ ਉਹਨਾਂ ਨੂੰ ਉਹ ਦਵਾਈ ਪੂਰੀ ਨਹੀਂ ਦਿੱਤੀ ਜਾ ਰਹੀ, ਉੱਥੋਂ ਉਹ ਬਾਹਰ ਵੇਚੀ ਜਾ ਰਹੀ ਹੈ, ਪਿਲ ਫ੍ਰੀਵੇਜ ਹੋ ਰਹੀ ਹੈ। ਉਹਨੇ ਇਹਨਾਂ ਤੋਂ ਡਾਟਾ ਮੰਗਿਆ ਕਿ ਮੈਨੂੰ ਇੰਨੀਆਂ ਗੋਲੀਆਂ ਤੁਹਾਡੇ ਕੋਲ ਸੈਂਟਰਲ ਗਵਰਨਮੈਂਟ ਤੋਂ ਆਈਆਂ ਅਤੇ ਤੁਹਾਨੂੰ ਬਾਕੀ ਗੋਲੀਆਂ ਕਿੱਥੇ ਹੈ। ਬਿਊਪਰਨੋਰਫਿਨ ਨਸ਼ਾ ਜਿਹੜਾ ਉਹਨਾਂ ਨੂੰ ਛੁਡਵਾਉਣ ਲਈ ਗੋਲੀ ਦਿੰਦੇ ਆ, ਉਹ ਗੋਲੀਆਂ ਕਿੱਥੇ ਹੈ। ਕਿਉਂਕਿ ਇੱਕ ਡਰੱਗ ਐਡਿਕਟ ਨੂੰ 7 ਜਾਂ 15 ਦਿਨ ਤੱਕ ਉਹ ਗੋਲੀ ਦਿੱਤੀ ਜਾਂਦੀ ਹੈ, ਕਿਉਂਕਿ ਇੱਕਦਮ ਨਸ਼ਾ ਨਹੀਂ ਛੱਡ ਸਕਦੇ। ਉਸ ਤੋਂ ਬਾਅਦ ਉਹਨਾਂ ਨੂੰ ਬੰਦ ਕਰਨੀ ਪੈਂਦੀ ਹੈ, ਕੁਛ ਰੀਜ਼ਨਸ ਕਰਕੇ ਉਹਨੂੰ ਗੋਲੀ ਨੂੰ ਬੰਦ ਕਰਨਾ ਪੈਂਦਾ। ਪਰ ਉਹਦਾ ਕੋਈ ਇਹਨਾਂ ਕੋਲ ਡਾਟਾ ਨਹੀਂ ਸੀ। ਇਹਨਾਂ ਨੇ ਕੋਈ ਨਹੀਂ ਦੱਸਿਆ ਕਿ ਕਿੱਥੋਂ ਗੋਲੀਆਂ ਆ ਤਾਂ ਰਹੀਆਂ ਪਤਾ ਹੈ, ਪਰ ਜਾ ਕਿੱਥੇ ਰਹੀਆਂ ਇਹ ਨਹੀਂ ਪਤਾ ਸੀ, ਕਿੱਥੇ ਵੇਚੀਆਂ ਜਾਂਦੀਆਂ। ਉਹ ਗੋਲੀ 5 ਰੁਪਏ ਦੀ ਇਹਨਾਂ ਨੂੰ ਮਿਲਦੀ ਸੀ ਸਰਕਾਰ ਵੱਲੋਂ, ਜਿਹੜੀ ਕਿ ਡਰੱਗ ਐਡਿਕਟ ਕਿਸੇ ਵੀ ਕੀਮਤ 'ਤੇ ਜਦੋਂ ਉਹ ਨਸ਼ੇ 'ਚ ਆਉਂਦੇ ਸੀਗੇ ਉਹ ਕਿਸੇ ਵੀ ਕੀਮਤ 'ਤੇ ਖਰੀਦਣ ਨੂੰ ਤਿਆਰ ਹੋ ਜਾਂਦੇ ਸੀਗੇ। 70 ਰੁਪਏ ਤੋਂ ਲੈ ਕੇ 100 150 ਤੱਕ ਇੱਕ ਗੋਲੀ ਬਾਹਰ ਵੇਚੀ ਜਾਂਦੀ ਸੀ। ਤੇ ਸਰਕਾਰੀ ਹਸਪੀਟਲ 'ਚ ਉਹ ਗੋਲੀ 5 ਰੁਪਏ 'ਚ ਮਿਲਦੀ ਹੈ। ਬਿਲਕੁਲ ਸਰ, ਸੈਂਟਰਲ ਗਵਰਨਮੈਂਟ 5 ਰੁਪਏ 'ਚ ਭੇਜਦੀ ਹੈ ਇਹਨਾਂ ਨੂੰ। ਬਾਕੀ ਇਹਨਾਂ ਨੂੰ ਪਤਾ ਹੋਊਗਾ, ਪੰਜਾਬ ਹੈਲਥ ਸਿਸਟਮਸ ਵਾਲਿਆਂ ਨੂੰ ਪਤਾ ਹੋਊਗਾ ਕਿ ਕਿੱਥੇ ਜਾਂਦੀਆਂ ਗੋਲੀਆਂ। ਉਹਨੇ ਜਦੋਂ ਇਹ ਪੁਆਇੰਟ ਆਊਟ ਕੀਤਾ ਕਿ 100 ਕਰੋੜ ਰੁਪਏ ਦੀਆਂ ਗੋਲੀਆਂ ਦਾ ਘਪਲਾ, ਉਹਨੇ ਇਹ ਰਿਪੋਰਟ ਲਿਖੀ। ਇੱਕ ਸੈਂਟਰ ਤੋਂ ਨਹੀਂ, 23 ਸੈਂਟਰਾਂ 'ਚੋਂ ਗਈ। 23 ਸੈਂਟਰਾਂ ਉਹਨੇ ਦੇਖਿਆ ਕਿ ਕਿੰਨੀਆਂ ਗੋਲੀਆਂ ਆ ਰਹੀਆਂ। ਹੁਣ ਇਹ ਮੈਨੂੰ ਨਹੀਂ, ਉਹਨੇ ਡਿਟੇਲ 'ਚ ਸਾਨੂੰ ਕਦੀ ਦੱਸਿਆ ਹੀ ਨਹੀਂ ਉਹਨੇ। ਇਹ ਤਾਂ ਸਾਨੂੰ ਉਹਨੇ ਡੈਥ ਤੋਂ ਬਾਅਦ ਪਤਾ ਲੱਗਿਆ ਕਿ ਉਹਦੀ ਇੱਕ ਲੈਟਰ ਉਹਨੇ ਆਪਣੇ ਬੌਸ ਨੂੰ, ਜੁਆਇੰਟ ਡਾਇਰੈਕਟਰ ਨੂੰ ਦਿੱਤੀ ਗਈ ਕਿ ਉਹਦੇ ਗੋਲੀਆਂ ਪਿਲ ਫ੍ਰੇਜ ਨਹੀਂ ਆ, ਗਵਰਨਮੈਂਟ ਨੂੰ ਇਹ ਦੇਖਣਾ ਪਏਗਾ ਗੋਲੀਆਂ ਕਿੱਥੇ ਜਾਂਦੀਆਂ, ਕਿਉਂਕਿ ਇਹ ਗਲਤ ਹੋ ਰਿਹਾ ਸੀਗਾ। ਡਰੱਗ ਐਡਿਕਟਸ ਨਾਲ ਵੀ ਗਲਤ ਹੋ ਰਿਹਾ ਸੀ, ਉਹਨਾਂ ਦੇ ਮਾਪਿਆਂ ਨਾਲ ਵੀ ਗਲਤ ਹੋ ਰਿਹਾ ਸੀ, ਪੰਜਾਬ ਨਾਲ ਵੀ ਗਲਤ ਹੋ ਰਿਹਾ ਸੀ। ਇਹ ਰਿਪੋਰਟ ਉਹਦੀ ਉੱਪਰ ਗਈ ਜਾਂ ਨਹੀਂ ਗਈ, ਇਹਦੀ ਰਿਪੋਰਟ ਡਰੱਗ ਜੁਆਇੰਟ ਡਾਇਰੈਕਟਰ ਨੂੰ ਦਿੱਤੀ ਗਈ, ਉਹਨੇ ਉੱਪਰ ਭੇਜੀ ਜਾਂ ਨਹੀਂ ਭੇਜੀ, ਜਾਂ ਉਹਦੀ ਰਿਪੋਰਟ ਕਿਸੇ ਨੇ ਲੀਕ ਕੀਤੀ ਹੈ, ਜਿਸ ਕਰਕੇ ਨੇਹਾ ਨੂੰ ਮਾਰਿਆ ਗਿਆ। 4 ਰਿਪੋਰਟਾਂ ਹਾਈ ਕੋਰਟ 'ਚ ਦਿੱਤੀਆਂ ਗਈਆਂ ਡਿਫਰੈਂਟ ਲੋਕਾਂ ਵੱਲੋਂ, ਕੋਈ DGP ਵੱਲੋਂ, ਕੋਈ ਲੋਕਾਂ ਵੱਲੋਂ, ਡਰੱਗ ਐਡਿਕਸ਼ਨ ਡਰੱਗਸ ਬਾਰੇ ਔਰ ਬਿਊਪਰਨੋਰਫਿਨ ਬਾਰੇ ਹੀ। ਇਹਦਾ 28 ਤਰੀਕ ਨੂੰ ਕੇਸ ਸੀਗਾ, 28 ਮਾਰਚ 2019 ਨੂੰ ਹਾਈ ਕੋਰਟ 'ਚ ਕੇਸ ਸੀਗਾ, ਜਿਹਦੇ ਕਰਕੇ ਰਿਪੋਰਟਾਂ ਖੁੱਲ੍ਹਣੀਆਂ ਸੀ ਔਰ ਰਿਪੋਰਟਾਂ ਖੁੱਲ੍ਹੀਆਂ ਨਹੀਂ। 29 ਨੂੰ ਨੇਹਾ ਦਾ ਕਤਲ ਹੋ ਗਿਆ। 19 ਨੂੰ, 18 ਨੂੰ ਇਹ ਖੁੱਲ੍ਹਣੀਆਂ ਸੀ, 18 ਮਾਰਚ ਨੂੰ, 18 ਮਾਰਚ ਨੂੰ ਇਹ ਖੁੱਲ੍ਹਣੀਆਂ ਸੀਗੀਆਂ ਰਿਪੋਰਟਾਂ, ਖੁੱਲ੍ਹੀਆਂ ਨਹੀਂ ਕਿਸੇ ਕਾਰਨ, ਅਤੇ 29 ਮਾਰਚ ਨੂੰ ਨੇਹਾ ਦਾ ਕਤਲ ਹੋ ਗਿਆ। ਇਸ ਕਰਕੇ ਸਾਨੂੰ ਪੂਰਾ ਵਿਸ਼ਵਾਸ ਹੈ, ਕਿਉਂਕਿ ਉਹਨੇ ਇਹ ਰਿਪੋਰਟ ਦਿੱਤੀ ਸੀ, ਇਸ ਕਰਕੇ ਇਸ ਰਿਪੋਰਟ ਪਿੱਛੇ ਉਸ ਕੁੜੀ ਨੂੰ ਮਾਰਿਆ ਗਿਆ। ਇਹਨਾਂ ਨੂੰ ਡਰ ਸੀਗਾ, ਇਹਨਾਂ ਨੂੰ ਅੰਦਰੋਂ ਡਰ ਸੀਗਾ ਕਿ ਇਹ ਲੜਕੀ ਨਿਡਰ ਹੈ, ਇਹ ਇਮਾਨਦਾਰ ਹੈ, ਇਹਨੂੰ ਖਰੀਦਿਆ ਨਹੀਂ ਜਾ ਸਕਦਾ, ਇਹਨੂੰ ਅਗਰ ਅਸੀਂ ਕੋਈ ਲਾਲਚ ਦਿੱਤਾ ਇਹ ਹਟੇਗੀ ਨਹੀਂ। ਉਹ ਨਹੀਂ ਬਰਦਾਸ਼ਤ ਕਰ ਪਾ ਰਹੀ ਸੀ ਜਿਹੜਾ ਇਨਜਸਟਿਸ ਹੋ ਰਿਹਾ ਸੀ ਸਾਰਿਆਂ ਨਾਲ। ਇਹਨਾਂ ਨੇ ਸੋਚਿਆ ਇਹਨੂੰ ਮਾਰ ਦੇਣਾ ਹੀ ਉਹਦਾ ਇੱਕ ਸੋਲੂਸ਼ਨ ਹੈ। ਕਦੇ ਮੂੰਹ ਬੰਦ ਕਰਨ ਲਈ ਨੇਹਾ ਨੂੰ ਕਦੇ ਕੋਈ ਕਹਿ ਰਿਹਾ ਸੀ ਕਿ ਤੁਸੀਂ ਬੰਦ ਰਹੋ, ਅਸੀਂ ਤੁਹਾਨੂੰ ਇਹ ਦੇਵਾਂਗੇ, ਚੁੱਪ ਰਹੋ, ਅਸੀਂ ਤੁਹਾਡੇ ਨਾਲ ਇਹ ਕਰ ਦੇਵਾਂਗੇ, ਐਵੇਂ ਦਾ ਕੁਝ ਹੋਇਆ ਕਦੇ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੋਈ, ਕਿਉਂਕਿ ਜਦੋਂ ਉਹਨੇ ਜੁਆਇਨ ਕੀਤਾ ਹੀ ਸੀਗਾ ਰੋਪੜ 'ਚ, ਲੋਕੀ ਉਹਨਾਂ ਨੂੰ ਪਤਾ ਸੀਗਾ ਕਿ ਉਸ ਤੋਂ ਬਾਅਦ ਵੀ ਉਹਨੇ ਦੇਖਿਆ ਸੀਗਾ, ਜਦੋਂ ਉਹਨੇ ਬਲਵਿੰਦਰ ਦੇ ਵੀ ਕੀਤਾ ਸੀਗਾ ਲਾਇਸੈਂਸ ਕੈਂਸਲ ਕੀਤਾ ਉਹਦੇ ਫਾਦਰ ਦੀ ਡੈਥ ਤੋਂ ਬਾਅਦ। ਉਹਦੇ ਫਾਦਰ ਦੇ ਨਾਮ 'ਤੇ ਲਾਇਸੈਂਸ ਸੀ ਐਕਚੁਅਲੀ, ਜਦੋਂ ਉੱਥੋਂ ਦਵਾਈਆਂ ਫੜੀਆਂ ਗਈਆਂ, ਉਹ ਵੀ ਨਹੀਂ ਉਹਨੂੰ ਡਰੱਗ ਕਰ ਪਾਇਆ ਸੀ ਬਰਾਈਬ, ਕਿਉਂਕਿ ਉਹਨੂੰ ਪਤਾ ਸੀ ਇਹ ਲੈਂਦੀ ਨਹੀਂ ਹੈ ਕੁਛ। ਇਹਨਾਂ ਦੇ ਦਿਲ 'ਚੋਂ ਸੀਗਾ ਕਿ ਇਹਨੂੰ ਬਰਾਈਬ ਸ਼ਾਇਦ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ, ਇਹਨੂੰ ਮਾਰ ਦੇਣਾ ਹੀ ਇੱਕ ਤਰੀਕਾ ਹੈ ਤਾਂ ਕਿ ਹਮੇਸ਼ਾ ਲਈ ਖਤਮ ਹੋ ਜਾਏ। ਅਤੇ ਨਸ਼ਾ ਖਤਮ ਕਰਨ ਦੀ ਬਜਾਏ ਇਹਨਾਂ ਨੇ ਬਿਊਪਰਨੋਰਫਿਨ ਨੂੰ ਇਹਨਾਂ ਨੇ ਦੇਖਣ ਲਈ ਕਿ ਕਿੱਥੇ ਜਾਂਦੀ ਹੈ ਕਿੱਥੇ ਨਹੀਂ ਜਾਂਦੀ ਹੈ, ਉਹਦੀ ਇਨਕੁਆਇਰੀ ਕਰਨ ਤੋਂ ਬਜਾਏ ਇਹਨਾਂ ਨੇ ਜਿਹੜਾ ਬੰਦਾ ਪੁਆਇੰਟ ਆਊਟ ਕਰ ਰਿਹਾ ਸੀ ਉਹ ਨਹੀਂ ਮਾਰ ਕੇ ਆਪਣਾ ਰਸਤਾ ਸਾਫ਼ ਕਰ ਲਿਆ। ਔਰ ਇਲੈਕਸ਼ਨ ਦੇ ਟਾਈਮ 'ਤੇ ਇਹਨਾਂ ਨੇ ਲੋਕਾਂ ਦੇ ਦਿਲ 'ਚ, ਬਾਕੀਆਂ ਦੇ ਦਿਲ 'ਚ ਡਰ ਪਾਤਾ ਨੇਹਾ ਦੇ ਆਫਿਸ ਵਾਲਿਆਂ ਨੇ। ਔਰ ਉਹ ਡਰ ਤੋਂ ਦੇ ਨਾਲ ਨੇਹਾ ਦੇ ਕ੍ਰੀਮੇਸ਼ਨ ਤੋਂ ਬਾਅਦ ਸਾਡੇ ਘਰ ਕੋਈ ਵੀ ਨਹੀਂ ਆਇਆ, ਕੋਈ ਵੀ ਨਹੀਂ ਸਾਡੇ ਘਰ ਆਇਆ। ਜਦ ਮੈਂ ਮੀਡੀਆ ਸਾਡੇ ਘਰ ਆਇਆ, ਉਹਨਾਂ ਨੂੰ ਮੈਂ ਦੱਸਿਆ, ਉਹਨਾਂ ਨੇ ਦੱਸਿਆ ਕਿ ਤੁਹਾਡੇ ਆਫਿਸ ਵਾਲੇ ਕਿੰਨਾ ਸਾਥ ਦੇ ਰਹੇ ਆ। ਮੈਂ ਕਿਹਾ ਕੋਈ ਸਾਥ ਨਹੀਂ ਦੇ ਰਹੇ। ਮੈਂ ਆਫਿਸ ਵਾਲਿਆਂ ਨੂੰ ਕਿਹਾ ਕਿ ਤੁਸੀਂ ਰਿਜ਼ਾਈਨ ਕਰ ਦਿਓ, ਸਾਰੇ ਕੁਛ ਤਾਂ ਕਰੋ, ਧਰਨਾ ਦਿਓ, ਕੁਛ ਤਾਂ ਕਰੋ ਉਸ ਮੇਰੀ ਬੇਟੀ ਲਈ। ਉਹ ਇੰਨੇ ਡਰੇ ਹੋਏ ਸੀ, ਉਹਨਾਂ ਨੇ ਕੁਛ ਵੀ ਨਹੀਂ ਕੀਤਾ, ਕਿਸੇ ਨੇ ਕੁਛ ਨਹੀਂ ਕੀਤਾ। ਪਰ ਮੈਨੂੰ ਇੰਨਾ ਵਿਸ਼ਵਾਸ ਹੈ ਮੇਰੀ ਬੇਟੀ ਦਾ ਬਲੀਦਾਨ ਬੇਕਾਰ ਨਹੀਂ ਜਾਏਗਾ। ਤੋਂ ਪਹਿਲਾਂ ਨੇਹਾ ਤੁਹਾਡੀ ਬੇਟੀ ਕਿਸ ਤਰੀਕੇ ਦੀ ਸੀ, ਕਿਵੇਂ ਉਹ ਆਪਣਾ ਕੰਮ ਕਰਦੇ ਸੀ, ਕਿਉਂਕਿ ਤੁਸੀਂ ਤਾਂ ਬਚਪਨ ਤੋਂ ਉਹਨਾਂ ਨੂੰ ਪਾਲਿਆ, ਕਿਸ ਤਰੀਕੇ ਦੀ ਸੀ ਤੁਹਾਡੀ ਧੀ? ਦੇਖੋ, ਬਹੁਤ ਬ੍ਰਿਲੀਅੰਟ ਸਟੂਡੈਂਟ, ਵੈਰੀ ਡੇਅਰਿੰਗ, ਅੱਛੀ ਐਥਲੀਟ, ਵੈਲ ਬਿਲਟ, ਵੈਰੀ ਬਿਊਟੀਫੁਲ। ਔਰ ਤੁਸੀਂ ਦੇਖੋ ਇੰਟੈਲੀਜੈਂਟ ਔਰ ਸਮਝਦਾਰ ਸੀਗੀ। 12 ਸਾਲ ਉਹਨੇ ਨੌਕਰੀ ਕੀਤੀ ਆ, ਉਹ ਕਦੀ ਕਿਤੇ ਇੱਦਾਂ ਦੇ ਝਗੜੇ 'ਚ ਨਹੀਂ ਪਈ।
ਪੇਰੈਂਟਸ ਨੂੰ ਫੋਨ ਆਉਂਦੇ ਸੀਗੇ ਕਿ ਸਾਡੇ ਬੱਚੇ ਨੇ ਅੱਜ ਦਵਾਈਆਂ ਉੱਥੋਂ ਖਰੀਦੀਆਂ, ਤੁਸੀਂ ਦੇਖੋ ਸਾਡੇ ਬੱਚੇ ਸਾਡੇ ਘਰ ਦਾ ਸਮਾਨ ਵੇਚ ਰਹੇ ਆ, ਅਸੀਂ ਤਬਾਹ ਹੋ ਰਹੇ ਹਾਂ। ਕਾਮਨ ਮੈਨ ਤੋਂ ਲੈ ਕੇ VIP ਲੋਕਾਂ ਤੱਕ, ਉਹਨਾਂ ਦੇ ਰਿਸ਼ਤੇਦਾਰਾਂ ਤੱਕ ਉਦੋਂ ਫੋਨ ਆਉਂਦੇ ਸੀਗੇ ਕਿ ਤੁਸੀਂ ਸਾਡਾ ਸਹਾਰਾ ਹੋ, ਕੋਈ ਕੁਝ ਨਹੀਂ ਕਰ ਰਿਹਾ, ਸਾਡੇ ਘਰ ਉਜੜ ਰਹੇ ਆ। ਉਹ ਬਹੁਤ ਡੇਅਰਿੰਗ ਸੀ, ਉਹਨੂੰ ਤਾਂ 1 ਵਜੇ ਵੀ 1:30 ਵਜੇ ਵੀ ਪਤਾ ਚੱਲਦਾ ਸੀ ਕਿਤੇ ਮੈਡੀਸਨ ਡਰੱਗਸ ਵਿਕ ਰਹੀਆਂ, ਉੱਥੇ ਚਲੀ ਜਾਂਦੀ ਸੀ। ਮੇਰੇ ਹਸਬੈਂਡ ਉਹਦੇ ਨਾਲ ਜਾਂਦੇ ਸੀ, ਉਹਦੇ ਪਾਪਾ। ਪਰ ਅਸੀਂ ਕਦੀ ਰੋਕਿਆ ਨਹੀਂ ਕਿ ਪੰਜਾਬ ਨੂੰ ਵੀ ਬਚਾਓ, ਦੇਸ਼ ਨੂੰ ਵੀ ਬਚਾਉਣਾ, ਆਪਣੇ ਬੱਚਿਆਂ ਨੂੰ ਬਚਾਉਣਾ। ਅਗਰ ਮਾਂ ਬਾਪ ਇਹਨਾਂ ਰੋਕ ਕੇ ਕੰਮ ਸਾਡੇ ਕੋਲ ਬੋਲ ਰਹੇ ਆ ਤਾਂ ਇਹਦਾ ਮਤਲਬ ਪੰਜਾਬ 'ਚ ਇੰਨਾ ਕੁਛ ਹੋ ਰਿਹਾ। ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਸੀ, ਅਸੀਂ DGP ਨੂੰ ਮਿਲੇ, ਪੰਜਾਬ ਦੇ ਸੈਕਟਰੀ ਨੂੰ ਮਿਲੇ, ਅਸੀਂ ਕੋਈ ਵੀ ਬੰਦਾ ਨਹੀਂ ਛੱਡਿਆ ਜਿਹਦੇ ਕੋਲ ਅਸੀਂ ਗਏ ਨਹੀਂ। ਕੈਪਟਨ ਅਮਰਿੰਦਰ ਨੇ ਸਾਨੂੰ ਕਿਹਾ ਉਹ ਮੇਰੀ ਧੀ ਸੀਗੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੇਰੀ ਧੀ ਤੁਹਾਡੇ ਕੋਲ ਗਈ ਸੀ, ਪੰਜਾਬ ਗਵਰਨਮੈਂਟ ਨੇ ਉਹਨੂੰ ਕਿਉਂ ਨਹੀਂ ਪ੍ਰੋਟੈਕਟ ਕੀਤਾ? ਉਹ ਮੇਰੀ ਧੀ ਹੈ, ਮੈਂ ਉਹਦੀ ਇਨਕੁਆਇਰੀ ਕਰਾਵਾਂਗਾ। ਅਸੀਂ ਉਹਨੂੰ ਕਿਹਾ ਤੁਸੀਂ CBI ਨੂੰ ਪ੍ਰੂਫ ਦਿਓ, ਸਾਨੂੰ ਪੰਜਾਬ ਪੁਲਿਸ 'ਤੇ ਵਿਸ਼ਵਾਸ ਨਹੀਂ ਹੈ। ਮੈਂ ਇਹ ਨਹੀਂ ਕਹਿੰਦੀ ਕਿ ਪੰਜਾਬ ਪੁਲਿਸ ਦੇ ਸਾਰੇ ਹੀ ਅਫਸਰ ਖਰਾਬ ਹੈ ਜਾਂ ਸਾਰੇ ਹੀ ਸਿਪਾਹੀ ਖਰਾਬ ਹੈ, ਸਾਰੇ ਸਟਾਫ ਹੀ ਖਰਾਬ ਹੈ, ਉਹਨਾਂ ਵਿੱਚ ਕੁਛ ਇਮਾਨਦਾਰ ਵੀ ਤਾਂ ਹੋਣਗੇ ਨਾ। ਤੁਸੀਂ ਇਮਾਨਦਾਰ ਬੰਦੇ ਨੂੰ ਕਿਸੇ ਨੂੰ ਦਿਓ ਤਾਂ ਕਿ ਪਤਾ ਲੱਗੇ ਪੰਜਾਬ ਨੂੰ ਬਚਾਇਆ ਜਾ ਸਕੇ। ਮੇਰੀ ਬੇਟੀ ਨੂੰ ਤੁਸੀਂ ਵਾਪਸ ਨਹੀਂ ਲਿਆ ਸਕਦੇ, ਪਰ ਇਹ ਲਾਸ ਸਿਰਫ ਪੇਰੈਂਟਸ ਦਾ ਨਹੀਂ ਹੈ, ਇਹ ਪੰਜਾਬ ਸਟੇਟ ਦਾ ਵੀ ਲਾਸ ਹੈ, ਇਹ ਕੰਟਰੀ ਦਾ ਵੀ ਲਾਸ ਹੈ। ਐਡੇ ਨੌਜਵਾਨ ਇੰਨੇ ਇੰਟੈਲੀਜੈਂਟ ਬੰਦਿਆਂ ਨੂੰ ਤੁਸੀਂ ਇੱਦਾਂ ਕਰ ਕਰਕੇ ਮਾਰ ਰਹੇ ਹੋ, ਉਹਨਾਂ ਨੂੰ ਤੁਸੀਂ ਕੁਝ ਕਰ ਨਹੀਂ ਰਹੇ ਹੋ, ਗਲਤ ਕਰ ਰਹੇ ਹੋ ਤੁਸੀਂ। ਕਿਉਂ ਪੰਜਾਬ ਦੇ ਲੋਕ ਜਾਂ ਕਿਉਂ ਇੰਡੀਆ ਦੇ ਲੋਕ ਫੋਰਨ ਜਾ ਕੇ ਕਿਉਂ ਤਰੱਕੀ ਕਰਦੇ ਹੈ? ਕਿਉਂਕਿ ਉਹਨਾਂ ਨੂੰ ਉੱਥੇ ਦਬਾਇਆ ਨਹੀਂ ਜਾਂਦਾ, ਉੱਥੇ ਉਹਨਾਂ ਨੂੰ ਮਾਰਿਆ ਨਹੀਂ ਜਾਂਦਾ, ਉੱਥੇ ਉਹਨਾਂ ਨੂੰ ਦਹਿਸ਼ਤ ਨਹੀਂ ਪਾਇਆ ਜਾਂਦਾ, ਉੱਥੇ ਉਹਨਾਂ ਦੇ ਕੈਲੀਬਰ ਨੂੰ ਇੱਜ਼ਤ ਹੁੰਦੀ ਹੈ। ਤੁਹਾਨੂੰ ਮੁਫਤ 'ਚ ਮਿਲ ਰਹੇ ਆ, ਤੁਸੀਂ ਇੰਨੀ ਤਨਖਾਹ 'ਚ ਬੱਚਿਆਂ ਨੂੰ ਰੱਖਦੇ ਆ, ਇਮਾਨਦਾਰੀ ਨਾਲ ਬੱਚਾ ਕੰਮ ਕਰ ਰਿਹਾ, ਉਹਨੂੰ ਤੁਸੀਂ ਮਰਵਾ ਕੇ ਹੱਥ ਝਾੜ ਲੈਂਦੇ ਹੋ। ਇਹ ਤਾਂ ਪੰਜਾਬ ਗਵਰਨਮੈਂਟ ਨਹੀਂ ਕਰ ਸਕਦੀ ਨਾ। ਮੇਰੀ ਬੇਟੀ ਦੇ ਖੂਨ ਦਾ ਉਹਨਾਂ ਨੂੰ ਹਿਸਾਬ ਦੇਣਾ ਪਏਗਾ, ਅੱਜ ਨਹੀਂ ਤਾਂ ਕੱਲ੍ਹ। ਮੈਂ ਨਹੀਂ ਲੈ ਸਕਦੀ ਕਿਉਂਕਿ ਮੇਰਾ ਪਰਿਵਾਰ ਹੁਣ ਕੁਝ ਨਹੀਂ ਕਰ ਸਕਦਾ, ਪਰ ਲੋਕੀ ਜਵਾਬ ਲੈਣਗੇ ਇਹਨਾਂ ਤੋਂ, ਜਿੱਥੇ ਨਿਕਲਣਗੇ ਨਾ ਤੇ ਥੂ ਹੋਏਗੀ। ਔਰ ਮੈਂ ਚਾਹੁੰਦੀ ਵੀ ਹਾਂ ਕਿ ਪੰਜਾਬ ਦੇ ਨੌਜਵਾਨ ਉੱਠਣ, ਆਪਣੇ ਆਪ ਨੂੰ ਬਚਾ, ਆਪਣੇ ਮਾਪਿਆਂ ਨੂੰ ਬਚਾ। ਕੁਝ ਨਹੀਂ ਕਰ ਸਕਦੀ ਗਵਰਨਮੈਂਟ। ਹਾਈ ਕੋਰਟ 'ਚ ਧੱਕੇ ਖਾ ਰਹੇ, ਇਹਨਾਂ ਨੇ ਲੜਾਈਆਂ ਲੜੀਆਂ, ਆਰਮੀ 'ਚ ਰਹੇ, ਇਹਨਾਂ ਨੇ ਪਾਕਿਸਤਾਨ ਦੀ ਲੜਾਈ ਲੜੀ ਹੈ, ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਪੰਜਾਬ ਦੀ ਲੜਾਈ ਉਹਦੇ ਨਾਲ ਵੀ ਪੈੜੀ ਹੈ, ਗੱਦਾਰੀ ਹੋ ਰਹੀ ਹੈ ਇੱਥੇ। ਕੈਲਾਸ਼ ਜੀ, ਤੁਸੀਂ ਕਦੋਂ ਸ਼ੁਰੂ ਕੀਤਾ ਇਨਸਾਫ ਮੰਗਣ ਦੇ ਲਈ? ਪਹਿਲਾਂ ਸਭ ਤੋਂ ਪਹਿਲਾਂ ਕਿੱਥੇ ਗਏ ਤੁਸੀਂ? ਮੈਂ ਇਹਨਾਂ ਨੂੰ ਬਹੁਤ ਕੋਆਪਰੇਟ ਕੀਤਾ, ਕਮ ਸੇ ਕਮ 100 ਵਾਰੀ ਖਰੜ, ਮੋਹਾਲੀ, ਪੰਜਾਬ ਗਵਰਨਮੈਂਟ ਦੇ ਦਫ਼ਤਰਾਂ 'ਚ ਪੰਜਾਬ ਪੁਲਿਸ ਨਾਲ ਇੰਨਾ ਕੋਆਪਰੇਟ ਕੀਤਾ ਕਿ ਹਰ ਇੱਕ ਪ੍ਰੂਫ ਉਹਨਾਂ ਨੂੰ ਦੇਣਾ, ਹਰ ਇੱਕ ਦੇਣਾ। ਅਤੇ ਮੈਨੂੰ ਨਹੀਂ ਸੀ ਪਤਾ ਕਿ ਇਨਵੈਸਟੀਗੇਸ਼ਨ ਨਹੀਂ ਕਰ ਰਹੇ, ਮੈਂ ਤਾਂ ਸਾਰੇ ਪ੍ਰੂਫ ਲਿਆ ਕੇ ਇਹਨਾਂ ਨੂੰ ਦਿੰਦਾ ਸੀਗਾ। ਅਤੇ ਮੈਨੂੰ ਜਦੋਂ 6 ਮਹੀਨੇ ਬਾਅਦ ਅਹਿਸਾਸ ਹੋਇਆ ਕਿ ਕੋਈ ਇਨਵੈਸਟੀਗੇਸ਼ਨ ਨਹੀਂ ਹੋਇਆ ਔਰ ਪ੍ਰੂਫ ਮਿਟਾਤੇ ਗਏ, ਬੇਟੀ ਦਾ ਡਾਟਾ ਡਿਲੀਟ ਕਰਤਾ ਗਿਆ, ਬੇਟੀ ਦੇ ਮੋਬਾਈਲ ਦਾ ਸਿਮ ਗਾਇਬ ਹੋ ਗਿਆ, ਅਤੇ ਉਹਦੇ ਕਿਲਰ ਦੇ ਮੋਬਾਈਲ ਦੇ 2 ਸਿਮ ਸੀਗੇ, ਡਬਲ ਸਿਮ ਦੇ, ਉਹਦੀ ਕੋਈ ਰਿਪੋਰਟ ਨਹੀਂ ਮੰਗੀ, ਨਾ ਹੀ ਫੋਰੈਂਸਿਕ ਵਾਲਿਆਂ ਨੇ ਦਿੱਤੀ। ਔਰ ਉਹ ਜਿਹੜੇ ਭੇਜੀ ਹੋਈ ਨਹੀਂ, ਇਹਨਾਂ ਨੇ ਭੇਜੇ 4-4 ਮਹੀਨੇ ਬਾਅਦ ਇੰਸਪੈਕਸ਼ਨ ਕਰਾਈ ਮੌਕੇ ਦੀ 10 ਜੁਲਾਈ ਨੂੰ। ਜਿਹੜਾ ਪੁਲਿੰਦੇ ਭੇਜੇ ਫੋਰੈਂਸਿਕ ਜਾਂਚ ਲਈ, ਉਹ 28 ਜੂਨ ਨੂੰ ਪਹਿਲਾਂ ਭੇਜਿਆ, 3 ਮਹੀਨੇ ਬਾਅਦ, ਦੂਸਰਾ ਅਗਸਤ ਦੇ ਫਸਟ ਵੀਕ 'ਚ ਭੇਜਿਆ। ਅਤੇ ਜਿਹੜੇ ਫੋਰੈਂਸਿਕ ਕਰਾਏ ਮੋਬਾਈਲ ਔਰ ਲੈਪਟਾਪ ਦੇ, ਉਹ 9 ਮਈ ਨੂੰ ਭੇਜੇ। ਮੈਂ ਮੰਗ ਰਿਹਾ ਕਿ ਬੇਟੀ ਦਾ ਤੁਸੀਂ ਡਾਟਾ ਲੈ ਕੇ ਮੋਬਾਈਲ ਵਾਪਸ ਕਰ ਦਿਓ, ਸਾਡੀ ਫੈਮਿਲੀ ਵੈਲਿਊ ਹੈ। ਤੋ ਫਿਰ ਰਿਮਾਈਂਡਰ ਦਿੱਤਾ, ਫਿਰ 10 ਵਾਰ ਰਿਕੁਐਸਟ ਕੀਤੀ, ਉਹ ਤੋਂ ਬਾਅਦ 9 ਮਈ ਨੂੰ ਭੇਜ ਰਹੇ ਨੇ ਆਫੀਸ਼ੀਅਲੀ ਉਹਨਾਂ ਕੋਲ, ਔਰ ਉਹ 'ਚ ਕੋਈ ਰਿਪੋਰਟ ਨਹੀਂ ਮੰਗ ਰਹੇ ਕਿਲਰ ਦੇ ਮੋਬਾਈਲ ਦੀ। ਔਰ 29 ਮਈ ਨੂੰ ਰਿਪੋਰਟ ਆ ਰਹੀ ਹੈ, 2 ਮਹੀਨੇ ਬਾਅਦ, ਜਦੋਂ ਮਰਡਰ 29 ਮਾਰਚ ਨੂੰ ਹੋ ਚੁੱਕਿਆ ਹੈ। ਅਤੇ ਅਸੀਂ ਜਦੋਂ ਸਾਰਾ ਇਹਨਾਂ ਨੇ ਮੰਗਿਆ ਪਾਸਵਰਡ ਲੈਪਟਾਪ ਦੇ ਔਰ ਆਪਣੇ ਮੋਬਾਈਲ ਦੇ, ਅਸੀਂ ਸਾਰੇ ਭੱਜ ਕੇ ਦਿੱਤੇ। ਆਪ ਜਾ ਕੇ ਦੇ ਕੇ ਆਣੇ ਕਿ ਆ ਪਾਸਵਰਡ ਹੈ ਜੀ, $8277, तो आप जाके देना नटके के ताकि हेल्प करिए। ਅਸੀਂ ਹੈਲਪ ਕਰ ਰਹੇ ਸੀ ਪੁਲਿਸ ਦੀ, ਪੁਲਿਸ ਸਾਡੇ ਸਾਰੀ ਹੈਲਪ ਲੈ ਕੇ ਆਪਣਾ ਡਾਟਾ ਸਾਰਾ ਮਿਟਾ ਰਹੀ ਸੀਗੀ।
ਤੁਹਾਨੂੰ ਪੁਲਿਸ ਤੇ ਵਿਸ਼ਵਾਸ ਕਿਉਂ ਨਹੀਂ ਰਿਹਾ? ਕੋਈ ਇੱਕ ਵਿਅਕਤੀ ਵੀ, ਕੋਈ ਇੱਕ ਪੁਲਿਸ ਅਧਿਕਾਰੀ, ਇੱਕ ਪੁਲਿਸ ਮੁਲਾਜ਼ਮ ਵੀ ਤੁਹਾਨੂੰ ਐਵੇਂ ਦਾ ਨਹੀਂ ਲੱਗਿਆ ਜਿਸ ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ? ਮੈਂ ਤਾਂ ਸਭ ਤੇ ਵਿਸ਼ਵਾਸ ਕੀਤਾ। ਮੈਂ ਤਾਂ ਪੂਰੇ ਦੇਸ਼ ਤੇ ਸੰਵਿਧਾਨ ਤੇ ਵਿਸ਼ਵਾਸ ਕਰਦਾ ਸੀਗਾ। ਇਸ ਦੇਸ਼ ਲਈ ਲੜਾਈ 'ਚ ਮੈਂ ਜਿੰਨਾ ਕੰਮ ਕੀਤਾ ਹੈ, ਸ਼ਾਇਦ ਇਹਨਾਂ ਦੇ ਕਿਸੇ ਵੀ ਪੋਲੀਟੀਸ਼ੀਅਨ ਜਾਂ ਪੁਲਿਸ ਵਾਲੇ ਕਿਸੇ ਦੇ ਵੀ ਦਿਮਾਗ 'ਚ ਉਨੀ ਅੰਡਰਸਟੈਂਡਿੰਗ, ਉਹਨਾਂ ਪਰਸੈਪਸ਼ਨ ਆ ਹੀ ਨਹੀਂ ਸਕਦਾ ਜਿੰਨਾ ਮੈਂ ਫੌਜ 'ਚ ਕੰਮ ਕੀਤਾ ਹੋਇਆ, ਐਸਪੈਸ਼ਲੀ ਡਿਊਰਿੰਗ ਵਾਰ। ਤੁਸੀਂ ਜਦੋਂ ਇਹ ਪੂਰਾ ਕਤਲकांड ਵਾਪਰਿਆ ਹੈ, ਉਸ ਸਮੇਂ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ। ਕੈਪਟਨ ਅਮਰਿੰਦਰ ਸਿੰਘ ਖੁਦ ਫੌਜ 'ਚ ਰਹੇ ਨੇ, ਤੁਸੀਂ ਕੈਪਟਨ ਰਹੇ ਹੋ। ਐਜ਼ ਅ ਕੈਪਟਨ ਤੁਸੀਂ ਉਹਨਾਂ ਨੂੰ ਨਹੀਂ ਕਿਹਾ ਕਿ ਮੈਂ ਤੁਹਾਡੇ ਬਰਾਬਰ ਦਾ, ਅਸੀਂ ਇਕੱਠਿਆਂ ਦੇਸ਼ ਲਈ ਸੇਵਾ ਕੀਤੀ ਹੈ ਤੇ ਤੁਸੀਂ ਮੇਰੀ ਮਦਦ ਕਰ ਦਿਓ? ਦੇਖੋ ਜੀ, ਪਹਿਲੇ ਤਾਂ ਕੈਪਟਨ ਅਮਰਿੰਦਰ ਸਿੰਘ ਸਾਡੇ ਬਰਾਬਰ ਹੋ ਹੀ ਨਹੀਂ ਸਕਦੇ। ਉਹ ਬਹੁਤ ਵੱਡੇ ਆਦਮੀ ਆ, ਉਹ ਕੁਝ ਵੀ ਕਰ ਸਕਦੇ ਆ। ਮੇਰੇ ਹਸਬੈਂਡ ਨੇ ਤਾਂ ਦੇਸ਼ ਦੀ ਸੇਵਾ ਕੀਤੀ ਹੈ, ਠੀਕ ਹੈ ਨਾ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਰਨਾ ਸੀ ਕਰਤਾ। ਉਹਨਾਂ ਨੇ ਤਾਂ ਸਾਨੂੰ ਸਿਰਫ ਜੱਫੀਆਂ ਪਾ ਕੇ ਆਸ਼ਵਾਸਨ ਦੇ ਦਿੱਤਾ ਕਿ ਮੇਰੀ ਧੀ ਸੀ, ਤੂੰ ਮੇਰੇ ਨਾਲ ਲੜਾਈ ਲੜੀ ਹੈ, ਤੂੰ ਮੇਰਾ ਫੌਜੀ ਭਰਾ ਹੈ, ਮੈਂ ਤੇਰੀ ਲਿਬਰਟੀ ਨਾਲ ਨਿਆਂ ਕਰੂੰਗਾ। ਉਹਨਾਂ ਦਾ ਉਹਨਾਂ ਨੇ ਕਿ ਅੱਜ 5 ਸਾਲ ਹੋ ਗਏ, 4.5 ਸਾਲ ਹੋ ਗਏ ਸਾਨੂੰ ਧੱਕੇ ਖਾਂਦੇ ਹੋਏ। ਇਸ ਉਮਰ 'ਚ ਅਸੀਂ ਹਲੇ ਵੀ ਧੱਕੇ ਖਾ ਰਹੇ ਹਾਂ ਕੋਰਟਾਂ 'ਚ, ਔਰ ਉਹ ਆਰਾਮ ਨਾਲ ਆਪਣੇ ਮਹਿਲ 'ਚ ਬੈਠੇ। ਬਸ ਇਹ ਉਹਨਾਂ ਨੇ ਕੀਤਾ ਸਾਡੇ ਨਾਲ। ਉਹਨਾਂ ਨੂੰ ਤਾਂ ਪਤਾ ਸੀ ਨਾ, ਪਹਿਲੇ ਦਿਨ ਤੋਂ ਉਹਨਾਂ ਨੂੰ ਪਤਾ ਸੀ ਮੇਰੀ ਬੇਟੀ ਨੂੰ ਕਿਉਂ ਮਾਰਿਆ ਗਿਆ। ਅਸੀਂ ਉਹਨਾਂ ਕੋਲ ਇੰਨੀ ਔਖੀ ਅਪਾਇੰਟਮੈਂਟ ਲੈ ਕੇ ਪਹੁੰਚੇ। ਦੂਸਰੇ ਦਿਨ ਉਹਨਾਂ ਨੇ ਪੇਪਰਾਂ 'ਚ ਗਿਆ, ਕੁਛ ਨਹੀਂ ਕੀਤਾ ਉਹਨਾਂ ਨੇ। ਜੇ ਉਹਨਾਂ ਨੇ ਕਰਨਾ ਹੁੰਦਾ ਤਾਂ ਉਸ ਟਾਈਮ ਕਰਦੇ ਨਾ, ਕਿਉਂਕਿ ਉਹਨਾਂ ਦੇ ਨਾਲ ਕੋਲ ਇਮਾਨਦਾਰ ਅਫਸਰ ਨਹੀਂ ਹੈ, ਸਭ ਕੁਝ ਹੈ ਉਹਨਾਂ ਕੋਲ। ਉਹਨਾਂ ਨੇ ਕਿਉਂ ਨਹੀਂ ਰਿਪੋਰਟ ਉਸੇ ਲਈ ਮੰਗੀ? ਸਾਨੂੰ ਕਿਉਂ ਨਹੀਂ ਦੱਸਿਆ ਕਿ ਗਲਤੀ ਹੋ ਗਈ ਆ? ਤੁਸੀਂ ਕਿਉਂਕਿ ਹੁਣ ਪੰਜਾਬ ਦੇ ਵਿੱਚ ਮਾਨ ਸਰਕਾਰ ਹੈ, ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ। ਆਮ ਆਦਮੀ ਪਾਰਟੀ ਨੇ ਵੀ ਉਸੇ ਤਰੀਕੇ ਦਾਅਵਾ ਕੀਤਾ ਹੈ ਕਿ ਅਸੀਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ। ਮੁੱਖ ਮੰਤਰੀ ਦੇ ਮੂੰਹੋਂ ਇਹ ਗੱਲ ਨਿਕਲੀ ਹੈ। ਹੁਣ ਪੰਜਾਬ ਗਵਰਨਮੈਂਟ ਨੂੰ ਤੁਸੀਂ ਕਿੰਨੀ ਵਾਰ ਅਪਰੋਚ ਕਰ ਲਿਆ? ਮੈਂ ਕਮ ਸੇ ਕਮ 10 ਚਿੱਠੀਆਂ ਮਾਨ ਸਾਹਿਬ ਨੂੰ ਲਿਖ ਚੁੱਕਿਆ, ਔਰ 10 ਚਿੱਠੀਆਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਲਿਖ ਚੁੱਕੇ, ਅਮਿਤ ਸ਼ਾਹ ਜੀ ਨੂੰ ਲਿਖ ਚੁੱਕੇ हैं, ਵੂਮਨ ਚਾਈਲਡ ਡਿਵੈਲਪਮੈਂਟ ਮਿਨਿਸਟਰ ਇਹਨਾਂ ਨੂੰ ਵੀ ਲਿਖ ਚੁੱਕੇ हैं, ਹਿਊਮਨ ਰਾਈਟਸ ਕਮਿਸ਼ਨ ਨੂੰ ਲਿਖ ਚੁੱਕੇ हैं, ਨੈਸ਼ਨਲ ਕਮਿਸ਼ਨ ਫਾਰ ਵੂਮਨ 'ਚ 4 ਵਾਰੀ ਜਾ ਚੁੱਕੇ हैं, ਹੋਮ ਮਿਨਿਸਟਰੀ 'ਚ ਕਈ ਵਾਰੀ ਜਾ ਚੁੱਕੇ हैं, ਔਰ ਹਰ ਇੱਕ DGP ਨੂੰ ਔਰ ਹਰ ਇੱਕ ਚੀਫ ਮਿਨਿਸਟਰ ਨੂੰ ਲਿਖਿਆ, ਗਵਰਨਰ ਨੂੰ ਲਿਖਿਆ, ਸਾਰੀ ਡਿਟੇਲ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਆ। ਔਰ ਮੈਂ ਸਾਰੀ ਡਿਟੇਲ ਇਨਵੈਸਟੀਗੇਸ਼ਨ ਕਰਕੇ ਇਹਨਾਂ ਨੇ ਡਿਟੇਲ ਵੀ ਸਾਰੀ ਦੱਸੀ ਹੈ ਕਿ ਨਸ਼ੇ ਦਾ ਕੀ ਹਾਲ ਹੈ, ਪਰ ਮੈਨੂੰ ਕੋਈ ਜਵਾਬ ਨਹੀਂ ਆਇਆ ਹਾਲੇ ਤੱਕ। ਔਰ ਮੇਰੇ ਤਾਂ ਵਿਸ਼ਵਾਸ ਇਹ ਹੈ ਕਿ ਇਹਨਾਂ ਨੂੰ ਇੰਨੇ ਕੋਆਪਰੇਟ ਕਰਨ ਤੋਂ ਬਾਅਦ ਇਹ ਧੋਖਾ ਦੇਣਗੇ, ਮੈਂ ਕਦੇ ਇਮੈਜਿਨ ਨਹੀਂ ਸੀ ਕਰ ਸਕਦਾ ਕਿ ਅਬ ਮੇਰੇ ਦੇਸ਼ ਜਿਹਦੀ ਰੱਖਿਆ ਲਈ ਮੈਂ ਆਪਣੀ ਦਿਲੋਂ ਜਾਨ ਸਾਰੀ ਲਾਈਫ ਬਰਬਾਦ ਕੀਤੀ ਹੈ। ਮੈਂ ਇਹ ਕਹੂੰਗਾ ਕਿ ਬਰਬਾਦ ਕੀਤੀ ਹੈ ਕਿ ਜੇ ਇੱਦਾਂ ਵੀ ਕਰ ਸਕਦੇ ਹੈ ਮੇਰੇ ਨਾਲ, ਮੇਰੀ ਬੱਚੇ ਨੂੰ ਇੱਦਾਂ ਮੌਤ ਦੇ ਘਾਟ ਉਤਾਰ ਸਕਦੇ ਹੈ। ਤੁਹਾਨੂੰ ਇਹਦੇ ਪਿੱਛੇ ਕਨਸਪੀਰੇਸੀ ਕੀ ਲੱਗਦੀ ਹੈ ਕਿ ਜੇਕਰ ਇੱਕ ਐਵੇਂ ਕਤਲ ਹੋਇਆ ਸੀ, ਸ਼ਰੇਆਮ ਹੋਇਆ, ਉਸ ਤੋਂ ਬਾਅਦ ਕਤਲ ਕਰਨ ਵਾਲਾ ਵਿਅਕਤੀ ਉਹ ਵੀ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਹੈ, ਆਖਿਰ ਮੇਨ ਮਕਸਦ ਕੀ ਸੀ ਪਿੱਛੇ? ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਇਲੈਕਸ਼ਨ ਵੀ ਸੀਗੀ, 2019 ਦੀਆਂ ਲੋਕ ਸਭਾ ਚੋਣਾਂ ਹੋਣੀਆਂ ਸੀਗੀਆਂ, ਤੇ ਉਹਨਾਂ ਦਿਨਾਂ ਦੇ ਵਿੱਚ ਇਸ ਤਰੀਕੇ ਇੱਕ ਡਰੱਗ ਇੰਸਪੈਕਟਰ ਦਾ ਕਤਲ ਹੋ ਜਾਣਾ, ਸ਼ਰੇਆਮ ਕਤਲ ਹੋ ਜਾਣਾ, ਫਿਰ ਉਸ ਤੋਂ ਬਾਅਦ ਉਹ ਕੇਸ ਦਾ ਓਪਨ ਹੋਣਾ ਤੇ ਫਿਰ ਕਲੋਜ਼ ਹੋ ਜਾਣਾ, ਇਸ ਸਾਰੇ ਦੇ ਪਿੱਛੇ ਕੋਈ ਇੱਕ ਵੱਡਾ ਮੋਟਿਵ ਕੀ ਲੱਗਦਾ ਹੈ? ਮੋਟਿਵ ਇਹ ਸੀ ਇਹਨਾਂ ਦਾ ਕਿ ਉਹਨਾਂ ਨੇ ਇੱਕ ਲੋਕਾਂ ਨੂੰ ਮੈਸੇਜ ਦੇ ਦਿੱਤਾ ਕਿ ਅਗਰ ਤੁਸੀਂ ਨਸ਼ਾ ਰੋਕਣ ਦੀ ਕੋਸ਼ਿਸ਼ ਕਰੋਗੇ, ਡਰੱਗਸ ਰੋਕਣ ਦੀ ਕੋਸ਼ਿਸ਼ ਕਰੋਗੇ, ਤੁਹਾਡਾ ਵੀ ਇਹੀ ਹਾਲ ਹੋਗਾ ਜਿਹੜਾ ਇਸ ਡੇਅਰਿੰਗ ਔਰ ਇਮਾਨਦਾਰ ਲੜਕੀ ਦਾ ਹੋਇਆ। ਬਾਕੀ ਸਾਰੇ ਆਪਣੇ ਆਪ ਪਿੱਛੇ ਹਟ ਗਏ। ਇੱਕ ਬੰਦੇ ਨੂੰ ਮਾਰ ਦੇਣਾ ਪਕੜ ਕੇ, ਔਰ ਔਰਤ ਨੂੰ ਮਾਰ ਦੇਣਾ, ਲੜਕੀ ਨੂੰ, ਨਿਹੱਥੀ ਨੂੰ ਆਫਿਸ 'ਚ ਮਾਰ ਦੇਣਾ, ਬਸ ਇਸ ਤੋਂ ਘੱਟ ਬੜਾ ਸੰਦੇਸ਼ ਹੋਰ ਕੀ ਦੇਣਗੇ? ਤੁਸੀਂ ਕਹਿੰਦੇ ਹੋ ਮਾਨ ਸਾਹਿਬ ਨੂੰ ਮਿਲਣਾ, ਅਮਰਿੰਦਰ ਸਿੰਘ ਨੇ ਤਾਂ ਆਪਣੇ ਮੈਨੀਫੈਸਟੋ 'ਚ ਲਿਖਿਆ ਸੀ ਕਿ ਮੈਂ 2 ਮਹੀਨੇ 'ਚ ਨਸ਼ਾ ਖਤਮ ਕਰ ਦੇਵਾਂਗਾ। ਇਹਨੇ ਤਾਂ ਮੇਰੀ ਕੁੜੀ ਖਤਮ ਕਰਵਾਤੀ। ਕੀ ਨਸ਼ਾ ਨੇ ਖਤਮ ਕਰਨਾ? ਤੁਸੀਂ ਜਿਵੇਂ ਫੌਜ ਦੇ ਵਿੱਚ ਸੇਵਾਵਾਂ ਦਿੱਤੀਆਂ ਨੇ, ਸੈਂਟਰ 'ਚ ਕਿਸੇ ਮਿਨਿਸਟਰ ਤੱਕ, ਅਮਿਤ ਸ਼ਾਹ ਜਿਵੇਂ ਤੁਸੀਂ ਕਿਹਾ ਸਿਰਫ ਲੈਟਰਸ ਲਿਖੇ ਨੇ, ਕਦੇ ਮੁਲਾਕਾਤ ਹੋਈ ਉਹਨਾਂ ਤੱਕ ਮਿਲ ਕੇ, ਕਦੇ ਗੱਲ ਕਹੀ? ਨਹੀਂ ਜੀ, ਆਮ ਆਦਮੀ ਦਾ ਮਿਲਣਾ ਇਹਨਾਂ ਲੋਕਾਂ ਨੂੰ ਬਹੁਤ ਮੁਸ਼ਕਿਲ ਹੈ। ਇਹ ਬਹੁਤ ਉੱਚੇ ਲੋਕ ਹੈ, ਇਹਨਾਂ ਨੂੰ ਸਭ ਪਤਾ। ਜਿੰਨੀ ਕੁ ਸਾਡੀ ਅਪਰੋਚ ਸੀਗੀ, ਲੋਕਾਂ ਦੀਆਂ ਅਪਰੋਚਾਂ ਲਗਾ ਕੇ ਅਸੀਂ ਪੰਜਾਬ ਦੇ ਚੀਫ ਮਿਨਿਸਟਰ ਨੂੰ, ਪੰਜਾਬ ਦੇ ਸੈਕਟਰੀ ਨੂੰ, ਪੰਜਾਬ ਦੇ DGP ਨੂੰ, ਸਭ ਨੂੰ ਮਿਲਨੇ।
ਬਾਕੀ ਮਿਨਿਸਟਰਾਂ ਨੂੰ ਜਿਹਨੂੰ ਅਸੀਂ ਮਿਲ ਸਕਦੇ ਸੀ, ਜਿੱਥੋਂ ਤੱਕ ਅਸੀਂ ਧੱਕੇ ਖਾ ਸਕਦੇ ਸੀ ਖਾ ਲਏ। ਉਸ ਤੋਂ ਬਾਅਦ ਅਸੀਂ ਦਿੱਲੀ ਦੇ ਚੱਕਰ ਲਗਾਏ, ਹਿਊਮਨ ਰਾਈਟਸ ਕਮਿਸ਼ਨ 'ਚ ਗਏ, ਕੋਈ ਸਾਡੀ ਸੁਣਵਾਈ ਨਹੀਂ ਹੁੰਦੀ। ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਇਸ ਦੇਸ਼ 'ਚ। ਪੜ੍ਹੇ ਲਿਖੇ ਅਸੀਂ ਨਾਗਰਿਕ ਹਾਂ, ਸਾਰੀ ਉਮਰ ਅਸੀਂ ਨੌਕਰੀਆਂ ਕਰਕੇ ਆਪਣੇ ਈਮਾਨਦਾਰੀ ਨਾਲ ਪੈਸਾ ਕਮਾਇਆ, ਪਰ ਸਾਡੀ ਕੋਈ ਸੁਣਵਾਈ ਨਹੀਂ ਹੈ ਇਸ ਗੌਰਮੈਂਟ 'ਚ। ਇਹ ਅੰਧੇਰ ਕਰਦੀਆਂ ਹੀ ਹੋਈ ਇੱਥੇ ਬਸ। ਇੱਕ ਡੇਅਰਿੰਗ ਆਫੀਸਰ ਜਿਵੇਂ ਤੁਸੀਂ ਕਹਿ ਰਹੇ ਹੋ, ਉਹ ਇਸ ਦੁਨੀਆ ਤੋਂ ਚਲ ਗਈ ਹੈ। ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਹਸਬੈਂਡ, ਉਹਨਾਂ ਦੀ ਬੇਟੀ, ਉਹ ਕਿਸ ਤਰੀਕੇ ਹੁਣ ਜਿਹੜਾ ਆਪਣੀ ਵਾਈਫ ਨੂੰ ਜਾਂ ਆਪਣੀ ਮਦਰ ਨੂੰ ਉਹ ਯਾਦ ਕਰਦੇ ਆ? ਤੁਸੀਂ ਤਾਂ ਕਰ ਹੀ ਰਹੇ ਹੋ, ਤੁਸੀਂ ਤਾਂ ਉਹ ਦੁੱਖ ਦੱਸ ਹੀ ਰਹੇ ਹੋ, ਪਰ ਇੱਕ ਧੀ ਜਿਹੜੀ 2 ਸਾਲ ਦੀ ਸੀ ਜਦੋਂ ਉਹਦੀ ਮਾਂ ਇਸ ਦੁਨੀਆ ਤੋਂ ਚਲੇਗੀ, ਉਹ ਕਿਸ ਤਰੀਕੇ ਫਿਰ ਉਸ ਚੀਜ਼ ਨੂੰ ਹੈਂਡਲ ਕਰ ਰਹੇ ਨੇ? ਦੇਖੋ ਜੀ, ਬੇਟੀ ਨੂੰ ਤਾਂ ਪਤਾ ਹੀ ਨਹੀਂ ਉਹਦੀ ਮਾਂ ਚਲੀ ਗਈ, ਬੜੀ ਹੋਏਗੀ, ਕਿਉਂਕਿ ਬੇਟੀਆਂ ਨੂੰ ਬਹੁਤ ਲੋੜ ਹੁੰਦੀ ਆਪਣੀ ਮਾਂ ਦੀ, ਫਿਰ ਉਹਨੂੰ ਪਤਾ ਲੱਗੇਗਾ। ਔਰ ਹੋਰ ਦੁਖੀ ਹੋਏਗੀ ਜਦੋਂ ਉਹਨੂੰ ਪਤਾ ਲੱਗੂਗਾ ਮੇਰੀ ਮਾਂ ਕਾਹਦੇ ਕਰਕੇ ਮਰ ਗਈ। ਬਾਕੀ ਰਹੀ ਹਸਬੈਂਡ ਦੀ ਜਾਂ ਉਹਦੀ ਮਦਰ ਇਨ ਲੋ ਦੀ ਗੱਲ, ਉਹ ਫਿਰ ਆਪਣਾ ਮੁੰਡਾ ਵਿਆਹ ਲੈਣਗੇ, ਉਹਨਾਂ ਦੇ ਘਰ ਫਿਰ ਖੁਸ਼ੀਆਂ ਆ ਜਾਣਗੀਆਂ। ਨਹੀਂ ਮਿਲੇਗੀ ਤਾਂ ਮੇਰੀ ਗ੍ਰੈਂਡ ਡਾਟਰ ਨੂੰ ਉਹਦੀ ਮਾਂ ਨਹੀਂ ਮਿਲੇਗੀ, ਔਰ ਸਾਨੂੰ ਧੀ ਨਹੀਂ ਮਿਲੇਗੀ। ਬਾਕੀ ਸਭ ਦੁਨੀਆ 'ਚ ਮਿਲ ਜਾਂਦੇ ਆ ਸਬਸਟੀਟਿਊਟ। ਜਿੱਦਾਂ ਆਫਿਸ ਵਾਲਿਆਂ ਨੇ ਹੋਰ ਡਰੱਗ ਇੰਸਪੈਕਟਰ ਅਪੁਆਇੰਟ ਕਰ ਲਏ, ਇੱਦਾਂ ਹੀ ਉਹਦੇ ਸਹੁਰਿਆਂ ਵਾਲੇ ਵੀ ਕਰ ਲੈਣਗੇ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਤੁਸੀਂ ਬ੍ਰਹਮ ਮਹਿੰਦਰਾ ਜੀ ਨੂੰ ਵੀ ਮਿਲੇ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਨਮਾਨਿਤ ਕਰਾਂਗੇ, ਉਸ ਮਸਲੇ 'ਚ ਅੱਗੇ ਕੁਝ ਹੋਇਆ? ਉਹਨਾਂ ਨੂੰ ਮਿਲਦੇ ਰਹੇ ਅਸੀਂ, ਬਾਰ-ਬਾਰ ਮਿਲਦੇ ਰਹੇ ਬ੍ਰਹਮ ਮਹਿੰਦਰਾ ਜੀ ਨੂੰ, ਫਿਰ ਉਹ ਹੈਲਥ ਮਿਨਿਸਟਰ ਤੋਂ ਹਟ ਗਏ ਸੀ। ਉਸ ਤੋਂ ਬਾਅਦ ਉਹਨਾਂ ਨੇ ਕੁਝ ਵੀ ਨਹੀਂ ਕਰਨਾ ਸੀਗਾ। ਅਸੀਂ ਇੱਕ ਵਾਰੀ ਬਲਬੀਰ ਸਿੰਘ ਸਿੱਧੂ ਨੂੰ ਵੀ ਮਿਲੇ ਸੀਗੇ ਇਹ ਦੱਸਣ ਲਈ। ਉਹਨਾਂ ਨੇ ਕਿਹਾ ਕਿ ਮੈਂ ਤੁਹਾਡੀ ਬੇਟੀ ਦੀ ਫਾਈਲ ਸਾਈਨ ਕਰਤੀ, ਇਸ ਤੋਂ ਬਾਅਦ ਮੈਂ ਕੁਝ ਨਹੀਂ ਕਰ ਸਕਦਾ, ਤੁਹਾਡੀ ਬੇਟੀ ਨੂੰ ਜਿੰਨੇ ਫੰਡ ਦੇਣੇ ਸੀ ਦੇ ਦਿੱਤੇ। ਪਰ ਅਸੀਂ ਅੱਜ ਤੱਕ ਉਹ ਫੰਡ ਵੀ ਨਹੀਂ ਲਿੱਤੇ। ਸਾਨੂੰ ਆਪਣੀ ਮਰੀ ਹੋਈ ਕੁੜੀ ਦਾ ਕੋਈ ਪੈਸਾ ਨਹੀਂ ਚਾਹੀਦਾ। ਮੈਂ ਤਾਂ ਕਹਿੰਦੀ ਪੰਜਾਬ ਗਵਰਨਮੈਂਟ ਨੂੰ ਹੋਰ ਖਰਚੇ ਆਪਣੇ ਉੱਤੇ ਖਰਚੇ, ਉਹਨਾਂ ਲਈ ਅਸੀਂ ਦਾਨ ਕਰ ਦਿੰਦੇ ਹਾਂ। ਪੰਜਾਬ ਗਵਰਨਮੈਂਟ ਲਈ ਮੈਨੂੰ ਆਪਣੀ ਮਰੀ ਹੋਈ ਬੇਟੀ ਦੀ, ਕਰੋੜਾਂ ਰੁਪਏ ਦੀ, ਮੇਰੀ ਅਰਬਾਂ ਰੁਪਏ ਦੀ ਮੇਰੀ ਬੇਟੀ ਮਰ ਗਈ, ਮੈਨੂੰ ਉਹਨਾਂ ਦੇ ਕੁਛ ਲੱਖ ਰੁਪਏ ਉਹਨਾਂ ਦੀ ਗਵਰਨਮੈਂਟ ਦਾ ਨਹੀਂ ਚਾਹੀਦਾ ਮੈਨੂੰ। ਫਿਰ ਤੁਸੀਂ ਕਿਸ ਚੀਜ਼ ਦੀ ਡਿਮਾਂਡ ਕਰਦੇ ਹੋ? ਅਸੀਂ ਕੁਝ ਨਹੀਂ, ਅਸੀਂ ਜਸਟਿਸ ਮੰਗਦੇ ਹਾਂ ਕਿ ਪੰਜਾਬ 'ਚ ਡਰੱਗਸ ਖਤਮ ਕਰਨ ਬਸ। ਬਾਕੀ ਲੋਕਾਂ ਨੂੰ ਬਚਾਉਣ, ਉਹਨਾਂ ਦੀਆਂ ਮਾਵਾਂ ਇੱਦਾਂ ਨਾ ਰੋਣ ਜਿੱਦਾਂ ਮੈਂ ਰੋਂਦੀ ਹਾਂ, ਇਹਨਾਂ ਨੂੰ ਰੋਜ਼ ਬਰਦੁਆ ਨਾ ਦੇਣ ਜਿੱਦਾਂ ਮੈਂ ਸਵੇਰੇ ਉੱਠ ਕੇ ਦਿੰਦੀ ਹਾਂ। ਮੈਂ ਇਹਨਾਂ ਨੂੰ ਬਰਦੁਆ ਦਿੰਦੀ ਹਾਂ ਅੰਦਰੋਂ। ਮੈਂ ਕਹਿੰਦੀ ਹਾਂ ਮੈਂ ਨਹੀਂ ਕੁਝ ਕਰ ਪਾਈ, ਮੇਰੇ ਹਸਬੈਂਡ ਨਹੀਂ ਕੁਝ ਕਰ ਪਾਏ, ਅਸੀਂ ਇਸ ਉਮਰ 'ਚ ਧੱਕੇ ਖਾ ਰਹੇ ਹਾਂ। ਭਗਵਾਨ ਕਰੇ ਉੱਪਰ ਦਾ ਕੋਈ ਬੈਠਾ ਨਾ ਜਸਟਿਸ ਕਰਨ ਵਾਲਾ, ਇਹ ਵੀ ਅਗਲੇ ਜਨਮ 'ਚ ਨਿਕਲ ਪਾਉਣ। ਉੱਪਰ ਵਾਲਾ ਤਾਂ ਨਿਆਂ ਕਰੂਗਾ ਨਾ, ਮੈਨੂੰ ਉਹਨਾਂ 'ਤੇ ਵਿਸ਼ਵਾਸ ਹੈ, ਕਦੀ ਤਾਂ ਕਰੂਗਾ ਨਾ। ਇਹ ਮੈਂ ਇਕੱਲੀ ਨਹੀਂ ਹੈ, ਕਈ ਲੱਖ ਮਾਵਾਂ ਪੰਜਾਬ ਦੀਆਂ ਜਿਹੜੀਆਂ ਮਾਵਾਂ ਬਾਪ ਵੀ ਆ ਉਹਨਾਂ ਦੇ ਨਾਲ, ਉਹਨਾਂ ਦੇ ਭੈਣ ਭਰਾ ਵੀ ਹੈ ਜਿਹੜੇ ਰੋਜ਼ ਇਹਨਾਂ ਨੂੰ ਉੱਠ ਕੇ ਬਰਦੁਆ ਦਿੰਦੇ ਆ। ਔਰ ਇੱਕ ਬਰਦੁਆ ਬੰਦੇ ਨੂੰ ਕਾਫੀ ਹੁੰਦੀ ਆ, ਇਹ ਤਾਂ ਲੱਖਾਂ ਲੋਕਾਂ ਦੀ ਬਰਦੁਆ ਹੈ। ਅੱਜ ਇਹਨਾਂ ਦੇ ਕੋਲ ਰਾਜ ਹੈ, ਕੱਲ੍ਹ ਨੂੰ ਪਤਾ ਨਹੀਂ ਰਾਜ ਹੁੰਦਾ ਕਿ ਨਹੀਂ। ਇਹਨਾਂ ਨੇ ਉਸ ਧਰਤੀ ਨੂੰ ਬਦਨਾਮ ਕਰਤਾ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਆਪਣੇ 4 ਬੱਚਿਆਂ ਨੂੰ ਸ਼ਹੀਦ ਕਰਵਾਇਆ, ਜਿੱਥੇ ਸਰਦਾਰ ਜਾ ਕੇ ਸਾਰੇ ਖੜੇ ਹੋ ਜਾਂਦੇ ਆ ਘਰ ਸੇਵਾ ਕਰਨ ਲਈ। ਵਰਲਡ 'ਚ ਕਿਤੇ ਵੀ ਇਹਨਾਂ ਨੇ ਉਸ ਪੰਜਾਬ ਨੂੰ ਉਜਾੜ ਦਿੱਤਾ ਹੈ, ਇਹਨਾਂ ਨੇ ਪੰਜਾਬ ਨੂੰ ਖਤਮ ਕਰ ਦਿੱਤਾ ਬਿਲਕੁਲ। ਕਿੱਥੇ ਦਾ ਹੀ ਭਰਨਗੇ ਨਾ। ਤਾਂ ਇਹ ਮਾਪੇ ਥੱਕ ਚੁੱਕੇ ਨੇ ਇਨਸਾਫ ਮੰਗ ਕੇ। ਪਹਿਲਾਂ ਕੈਪਟਨ ਸਰਕਾਰ ਤੋਂ ਮੰਗਿਆ ਤੇ ਹੁਣ ਮਾਨ ਸਰਕਾਰ ਤੋਂ ਮੰਗਿਆ ਜਾ ਰਿਹਾ, ਪਰ ਕੋਈ ਵੀ ਜਵਾਬ ਨਹੀਂ ਦੇ ਰਿਹਾ। ਚਿੱਠੀਆਂ ਭੇਜੀਆਂ ਜਾ ਰਹੀਆਂ ਨੇ ਪਰ ਚਿੱਠੀਆਂ ਦਾ ਕੋਈ ਜਵਾਬ ਨਹੀਂ ਆ ਰਿਹਾ। ਪਰ ਫਿਰ ਵੀ ਇਹਨਾਂ ਨੂੰ ਉਮੀਦ ਹੈ ਕਿ ਲੋਕ ਜਾਗਣਗੇ, ਪੰਜਾਬ ਦੇ ਲੋਕ ਉੱਠਣਗੇ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਦੇ ਲਈ, ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ। ਕੈਮਰਾਮੈਨ ਹਰਵਿੰਦਰ ਸਿੰਘ ਦੇ ਨਾਲ ਮੈਂ ਨਵਜੋਤ ਕੌਰ, ਪੰਚਕੂਲਾ।